ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਂਝ ਪਾਉਂਦੇ ਆ। ਕਰਦੇ ਹਾਂ ਸਭ ਤੋਂ ਪਹਿਲਾਂ ਮਿੰਟੂ ਜੀ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਹੁਣੇ ਆਈ ਬ੍ਰੇਕਿੰਗ ਨਿਊਜ਼ ਹੀ ਲੈ ਲੈਂਦੇ ਆ। ਮੈਂ ਕਹਿੰਦਾ ਮਿੰਟੂ ਜੀ ਕਿ ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਕ੍ਰਿਕਟ ਦੇ ਵਿੱਚ ਚੈਂਪੀਅਨਸ ਟਰਾਫੀ ਜਿਹੜੀ ਚੱਲ ਰਹੀ ਹੈ ਉਹਦੇ ਫਾਈਨਲ 'ਚ ਪਹੁੰਚ ਗਿਆ ਜੀ। ਕੀ ਰਿਹਾ ਸਾਰਾ ਅੱਜ ਦਾ ਇਸ ਮੈਚ ਦਾ, ਜੇ ਦੇਖਣਾ ਹੋਵੇ ਸਮੀਕਰਨ ਕਿਹੋ ਜਿਹੇ ਰਹੇ? ਜੀ ਜੀ ਬਿਲਕੁਲ ਬ੍ਰੇਕਿੰਗ ਆਈ ਹੈ। ਮੈਚ ਕਰਕੇ ਅਸੀਂ ਵੀ ਆਉਣ 'ਚ ਥੋੜਾ ਜਿਹਾ ਲੇਟ ਹੋ ਗਏ। ਮੈਚ ਦਾ ਹੀ ਰਿਜ਼ਲਟ ਡਿਕਲੇਅਰ ਸੀਗੇ ਤਾਂ ਦੇਖੋ, ਭਾਰਤ ਨੇ ਫਾਈਨਲ ਦੇ ਵਿੱਚ ਐਂਟਰੀ ਮਾਰੀ ਆ। ਆਸਟ੍ਰੇਲੀਆ ਦੇ ਨਾਲ ਮੈਚ ਸੀਗਾ ਤੇ ਤੁਹਾਨੂੰ ਪਤਾ ਹੀ ਆ, ਸੈਮੀ ਮੈਚ ਹੋਵੇ ਆਸਟ੍ਰੇਲੀਆ ਦੇ ਨਾਲ ਇੰਡੀਆ ਦਾ ਮੈਚ ਹੋਵੇ ਤਾਂ ਇੱਕ ਕਹਿ ਸਕਦੇ ਹਾਂ ਕਿ ਗਜ਼ਬ ਦਾ ਟਾਕਰਾ ਹੁੰਦਾ। ਤਾਂ ਜੀ ਗੱਲ ਇਹ ਆ ਕਿ ਜੋ ਇੰਡੀਆ ਮੈਚ ਖੇਡ ਰਿਹਾ ਉਹ ਆਪਣੇ ਦੁਬਈ 'ਚ ਖੇਡ ਰਿਹਾ। ਦੁਬਈ ਦੀਆਂ ਪਿੱਚਾਂ ਥੋੜੀਆਂ ਸਲੋ ਨੇ, ਇਸ ਕਰਕੇ ਵੱਡੇ ਉੱਥੇ ਤੁਸੀਂ ਦੇਖੋਗੇ ਤਾਂ ਟੋਟਲ ਨਹੀਂ ਬਣਦੇ। ਪਰ ਇੰਡੀਆ ਦੀ ਜਿਹੜੀ ਬੈਟਿੰਗ ਪਿੱਛੋਂ ਆਈ ਆ ਉਹਦੇ ਵਿੱਚ ਇੱਕ ਕਲਾਸਿਕ ਇਨਿੰਗ ਜਿਹੜੀ ਹੈ ਨਾ ਉਹ ਰਹੀ ਆ ਵਿਰਾਟ ਕੋਹਲੀ ਦੀ। ਸੈਂਚੁਰੀ ਤੇ ਨਹੀਂ ਮਾਰ ਸਕੇ ਵਿਰਾਟ ਕੋਹਲੀ, ਥੋੜੇ ਰਨ ਘੱਟ ਸੀਗੇ, ਸ਼ਾਇਦ 80 ਕਿ 85 ਰਨ ਸੀਗੇ। ਪਰ ਜਿਹੜੀ ਉਹ ਪਾਰੀ ਸੀਗੀ, ਜਿਸ ਤਰ੍ਹਾਂ ਉਹਨਾਂ ਨੇ ਇੱਕ ਕਹਿ ਲਓ ਕਿ ਨੀਂਹ ਰੱਖੀ, ਤਾਂ ਉਹ ਕਹਿ ਲਓ ਫਰਕ ਪਾ ਗਈ ਕਿਤੇ ਨਾ ਕਿਤੇ। ਹਾਲਾਂਕਿ ਆਸਟ੍ਰੇਲੀਆ ਵੱਲੋਂ ਵੀ ਸਮਿਥ ਵਰਗਿਆਂ ਨੇ ਜਾਂ ਕਹਿ ਲਓ ਕੈਰੀ ਵਰਗਿਆਂ ਨੇ ਅੱਛੀ ਪਾਰੀ ਖੇਡੀ ਆ, ਪਰ ਉਹ ਜਿਹੜੀ ਕੋਹਲੀ ਦੀ ਪਾਰੀ ਸੀਗੀ ਤੇ ਫਿਰ ਬਾਅਦ ਦੇ ਵਿੱਚ ਜੋ ਫਿਨਿਸ਼ਿੰਗ ਦਿੱਤੀ ਆ ਹਾਰਦਿਕ ਪਾਂਡਿਆ ਨੇ ਤੇ ਰਾਹੁਲ ਨੇ, ਤਾਂ ਕਹਿ ਲਓ ਕਿ ਗੱਲ ਬਣ ਗਈ ਆ। ਤਾਂ ਹੋਲੀ ਤੋਂ ਪਹਿਲਾਂ ਕੋਹਲੀ ਨੇ ਰੰਗ ਬੰਨ ਦਿੱਤੇ ਆ। ਇੰਡੀਆ ਦੀ ਟੀਮ ICC ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚੀ ਆ। ਤਾਂ ਪਿਛਲੇ ਆਪਾਂ ਦੇਖਿਆ ਕੁਝ ਮਹੀਨੇ ਪਹਿਲਾਂ, ਪਿਛਲੇ ਸਾਲ ਇਹਨਾਂ ਨੇ ਵਰਲਡ ਕੱਪ ਜਿੱਤਿਆ ਸੀਗਾ। ਤੇ ਜੇ ICC ਟਰਾਫੀ ਜਿੱਤ ਜਾਂਦੇ ਆ, ਅਗਲਾ ਮੈਚ ਹੁਣ ਨਿਊਜ਼ੀਲੈਂਡ ਤੇ ਸਾਊਥ ਅਫਰੀਕਾ ਦੇ ਵਿੱਚੋਂ ਜੇਤੂ ਨਾਲ ਹੋਏਗਾ ਫਾਈਨਲ ਮੈਚ। ਤਾਂ ਜੇ ਉਹ ਜਿੱਤ ਜਾਂਦੇ ਆ ਤਾਂ ਕਹਿ ਲਓ ਕਿ ਬਹੁਤ ਸਾਰੇ ਖਿਡਾਰੀ ਜਿਹੜੇ ਹੁਣ ਟੀਮ ਚੋਂ ਛੁੱਟੀ ਲੈਣ ਵਾਲੇ ਆ, ਵਿਦਾਇਗੀ ਲੈਣ ਵਾਲੇ ਆ, ਰੋਹਿਤ ਸ਼ਰਮਾ ਹੈ, ਵਿਰਾਟ ਕੋਹਲੀ ਆ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਜੀਵਨ ਦਾ ਇਹ ਇੱਕ ਬਹੁਤ ਮਹੱਤਵਪੂਰਨ ਮਰਹਲਾ ਹੋ ਗੁਜ਼ਰੇਗਾ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ। 9 ਤਰੀਕ ਨੂੰ ਫਾਈਨਲ ਹੋਣਾ ਤੇ ਫਾਈਨਲ ਦੇ ਵਿੱਚ ਟੀਮ ਕਿਹੜੀ ਪਹੁੰਚਦੀ ਹੈ। ਦੂਸਰੇ ਪਾਸਿਓਂ ਇਹ ਵੀ ਵੇਖਣ ਵਾਲਾ ਹੋਊਗਾ ਕਿਉਂਕਿ ਅਗਲਾ ਸੈਮੀਫਾਈਨਲ ਹਾਲੇ ਹੋਣਾ ਹੈ ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਦੇ ਵਿਚਾਲੇ ਲਾਹੌਰ ਦੇ ਵਿੱਚ ਉਹ ਖੇਡਿਆ ਜਾਣਾ ਹੈ। ਸੋ ਅਗਲੀਆਂ ਖਬਰਾਂ ਦਾ ਜੇਕਰ ਰੁਖ ਕਰੀਏ ਤਾਂ ਅੱਜ ਮਾਨ ਸਾਹਿਬ ਨੇ ਹਰੇਕ ਪਾਸੇ ਤੜਥੱਲੀ ਤੜਕੇ ਦੀ ਮਚਾਈ ਹੋਈ ਹੈ। ਕਿਤੇ ਪੁਲਿਸ ਦਗੜ ਕਰਦੀ ਫਿਰਦੀ ਸੀ ਤੇ ਕਿਤੇ ਰੈਵਨਿਊ ਵਿਭਾਗ ਵਾਲਿਆਂ ਨੂੰ ਭਾਜੜਾਂ ਪਾਈਆਂ ਹੋਈਆਂ ਨੇ। ਕਹਿੰਦੇ ਨੋ ਵਰਕ ਤੇ ਨੋ ਪੇ, ਇਹ ਵਾਲਾ ਸਿਸਟਮ ਸਾਰੇ ਪਾਸੇ ਲਾਗੂ ਹੋ ਰਿਹਾ ਹੈ ਕਿ ਨਹੀਂ ਆਉਣਾ ਤਾਂ ਫਿਰ ਸੋਚ ਲਿਓ ਇੱਕ ਵਾਰੀ। ਸੋ ਕੀ ਕਹੋਗੇ ਜੀ, ਇਹ ਜਿਹੜਾ ਹੁਣ ਕਿਸਾਨਾਂ ਵੱਲੋਂ ਹਟ ਕੇ ਇੱਧਰ ਰੈਵਨਿਊ ਵਾਲਿਆਂ ਦੇ ਦਿਵਾਲੇ ਹੋਏ ਨੇ, ਮਾਨ ਸਾਹਿਬ ਐਨਕਾਂ ਲਾ ਕੇ ਅੱਜ ਤਾਂ ਗੇੜੇ ਦਿੱਤੇ ਨੇ ਉਹਨਾਂ ਨੇ ਚੰਗੇ ਵੱਖ-ਵੱਖ ਤਹਿਸੀਲਾਂ 'ਚ। ਆਹੋ, ਅੱਜ ਪਹਿਲਾ ਮੌਕਾ ਸੀ ਜਦੋਂ ਉਹਨਾਂ ਦੇ ਕਹਿ ਲਓ ਕਿ ਵਾਲ ਵੀ ਚਿੱਟੇ ਜਿਹੇ ਝਲਕਦੇ ਸੀਗੇ ਕਿਤੇ। ਤਾਂ ਕਾਲੀ ਦੇ ਵਿੱਚ ਡਾਈ ਲਾਉਣੀ ਵੀ ਭੁੱਲ ਗਏ ਨੇ, ਕਿਉਂਕਿ ਮਸ਼ਰੂਫੀਅਤ ਉਹਨਾਂ ਦੀ ਕਾਫੀ ਵਧੀ ਹੋਈ ਹੈ। ਇੱਧਰੋਂ ਕੇਜਰੀਵਾਲ ਸਾਹਿਬ ਵਿਪਾਸਨਾ ਵਾਸਤੇ ਆ ਰਹੇ ਆ। ਇਹ ਵੀ ਇੱਕ ਟੈਨਸ਼ਨ ਪੈ ਜਾਂਦੀ ਹੈ ਕਿ ਵਿਪਾਸਨਾ ਤੋਂ ਬਾਅਦ ਉਹ ਕਿਸੇ ਦੀ ਬਲੀ ਨਾ ਲੈ ਲੈਣ। ਇਹ ਵੀ ਉਹਨਾਂ ਦੇ ਵਾਸਤੇ ਇੱਕ ਗੱਲ ਜਿਹੜੀ ਹੈ ਨਾ ਉਹ ਮਿੱਥੀ ਹੋਈ ਹੈ, ਲੋਕਾਂ ਨੇ ਮਿੱਥ ਬਣੀ ਆ। ਅੱਛਾ, ਗੱਲ ਇਹ ਆ ਕਿ ਹੁਣ ਜੋ ਅੱਜ ਕਾਲੀ ਇਹਨਾਂ ਨੇ ਦਿਖਾਈ ਆ, ਵੈਸੇ ਤੇ ਜੇ ਤੁਸੀਂ ਦੇਖੋਗੇ ਤੇ ਬੀਤੀ ਰਾਤ ਹੀ ਇਹਨਾਂ ਨੇ ਕਾਲੀ ਦਿਖਾ ਦਿੱਤੀ ਕਿ ਮੀਟਿੰਗ ਚੋਂ ਜੋ ਤਲਖੀ ਲੈ ਕੇ ਉੱਠੇ ਦੋਨੇ ਹੀ ਧੜੇ, ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕਿਸਾਨ ਆਗੂ ਹੈ ਜੀ ਮਿੰਟੂ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। ਹੈਲੋ 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 ਹਾਂਜੀ ਜੀ। ਦੇਖੋ, ਇਹਨਾਂ ਬਾਰੇ ਮਿੱਥ ਜੋ ਬਣੀ ਹੋਈ ਆ ਨਾ ਕਿ ਜਦੋਂ ਇਹ ਵਿਪਾਸਨਾ ਤੋਂ ਆਉਂਦੇ ਆ ਤੇ ਬਲੀ ਕਿਸੇ ਨਾ ਕਿਸੇ ਦੀ ਲੈ ਸਕਦੇ ਆ। ਤਾਂ ਬਹਰਹਾਲ ਦੇਖੋ, ਮਾਨ ਸਾਹਿਬ
ਹਰਕਤ ਦੇ ਵਿੱਚ ਤੇ ਤੁਰੰਤ ਹੀ ਆ ਗਏ ਸੀਗੇ। ਜਿਵੇਂ ਹੀ ਕੱਲ ਸ਼ਾਮੀ ਦੋਵੇਂ ਧੜੇ ਜਿਹੜੇ ਆ ਟੇਬਲ ਤੋਂ ਰੁੱਸ ਕੇ ਉੱਠੇ, ਤਲਖੀ ਚ ਉੱਠੇ, ਚਾਹੇ ਉਹ ਪ੍ਰਸ਼ਾਸਨ ਹੋਵੇ ਤੇ ਚਾਹੇ ਕਿਸਾਨ ਆਗੂਆਂ ਦਾ ਧੜਾ ਹੋਵੇ। ਉਹ ਤੋਂ ਬਾਅਦ ਤੇ ਫਿਰ ਧਾੜਾਂ ਚੜਾਈਆਂ, ਕਿਸੇ ਨੂੰ ਸੁੱਤੇ ਪਿਆ ਨੱਪ ਲਿਆ। ਹਾਲੇ ਜਾ ਕੇ ਕਿਸਾਨ ਆਗੂ ਜਿਹੜੇ ਉਹ ਡੀਪ ਸਲੀਪ ਚ ਵੀ ਨਹੀਂ ਸੀ ਪਹੁੰਚੇ, ਯਾਨੀ ਸੁਪਨੇ ਵੀ ਤੇਜ਼ ਰਫ਼ਤਾਰ ਨਾਲ ਨਹੀਂ ਸੀ ਸ਼ੁਰੂ ਹੋਏ, ਤੇ ਇਹਨਾਂ ਦੀ ਪੁਲਿਸ ਦਗੜ ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਦਗੜ ਮਗਰ ਹੀ ਉਹਨਾਂ ਦੇ ਚਲੇ ਗਈ ਆ। ਤਾਂ ਫਿਰ ਕਈਆਂ ਨੂੰ ਤੇ ਰਜਾਈ ਚ ਹੀ ਨੱਪ ਲਿਆ ਇਹਨਾਂ ਨੇ ਜਾ ਕੇ। ਕਿਸਾਨ ਆਗੂ ਵੀ ਕਹਿੰਦੇ ਕਿ ਆਹ ਤੇ ਜੱਗੋਂ 13ਵੀਂ ਆ ਬਈ, ਕਮਾਲ ਆ, ਇਹੋ ਜਿਹਾ ਤਾਂ ਮੋਦੀ ਹੋਰਾਂ ਨੇ ਕੰਮ ਨਹੀਂ ਸੀ ਕੀਤਾ, ਤੇ ਰਜਾਈਆਂ ਤੱਕ ਪਹੁੰਚੇ ਪਏ ਨੇ। ਤਾਂ ਖੈਰ ਸਵੇਰੇ ਵੀ ਜੇ ਤੁਸੀਂ ਦੇਖੋਗੇ, ਪਤਾ ਨਹੀਂ ਅੱਜ ਮਾਨ ਸਾਹਿਬ ਨੇ ਕਿ ਮਿਰਚਾਂ ਜ਼ਿਆਦਿਆਂ ਵਾਲੀ ਸਬਜ਼ੀ ਖਾ ਲਈ ਸੀ, ਅੱਜ ਤੇ ਕੌੜਾ ਹੀ ਬੋਲਦੇ ਰਹੇ ਨੇ। ਅੱਜ ਤੇ ਉਹ ਕਹਿੰਦੇ ਸੀ ਕਿ ਇਹ ਇੱਕ ਪਾਸੇ ਕਹਿੰਦੇ ਜੀ ਕਿ ਮੋਰਚਾ ਅਸੀਂ ਲਾਵਾਂਗੇ, ਦੂਜੇ ਪਾਸੇ ਮੀਟਿੰਗ ਕਰਦੇ ਸੀ। ਮੈਂ ਕਿਹਾ ਵੀ ਫਿਰ ਮੇਰੇ ਨਾਲ ਮੀਟਿੰਗ ਕਾਹਦੀ ਹੈ, ਲਾ ਲਓ ਫਿਰ ਤੁਸੀਂ, ਅਸੀਂ ਡਿਟੇਨ ਵੀ ਕਰਾਂਗੇ ਤੇ ਅਸੀਂ ਪੰਜਾਬ ਵੀ ਚਲਾਵਾਂਗੇ। ਸਿੱਧਾ ਕੰਮ ਚੱਲ ਪਿਆ ਜੀ, ਇਹ ਕੰਮ ਸਿੱਧਾ ਚੱਲ ਪਿਆ। ਅੱਛਾ ਗੁਰਪ੍ਰੀਤ ਜੀ, ਜਿਹੜੀ ਗੱਲ ਆਪਾਂ ਕਹਿੰਦੇ ਸਾਂ ਅੱਜ ਉਹ ਹੋ ਨਿਬੜੀ ਆ। ਤੁਸੀਂ ਦੇਖੋ ਕਿ ਮਾਨ ਸਾਹਿਬ ਨੇ ਸਿੱਧਾ ਨਾ ਸਿਰਫ ਕਿਸਾਨਾਂ ਨੂੰ ਚੈਲੰਜ ਕੀਤਾ ਇੱਕ ਤਰ੍ਹਾਂ ਨਾਲ ਆਗੂਆਂ ਨੂੰ, ਬਲਕਿ ਜੇ ਤੁਸੀਂ ਦੇਖੋਗੇ ਤਾਂ ਇੱਕ ਐਸੀ ਉਹਨਾਂ ਦੇ ਪ੍ਰਤੀ ਸ਼ਬਦਾਵਲੀ ਵੀ ਇਸਤੇਮਾਲ ਕੀਤੀ ਹੈ ਕਿ ਤੁਸੀਂ ਧਰਨੇ ਮੁਜ਼ਾਹਰੇ ਕਰਦੇ ਹੋ, ਯਾਨੀ ਸਟੇਟ ਦੇ ਹਾਲਾਤ ਖਰਾਬ ਹੁੰਦੇ ਆ, ਤਾਂ ਉਹਨੂੰ ਆਪਾਂ ਡਿਫੇਮ ਵੀ ਕਹਿ ਸਕਦੇ ਹਾਂ, ਬਦਨਾਮ ਵੀ ਕਹਿ ਸਕਦੇ ਹਾਂ। ਤਾਂ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਇੱਕ ਬਹੁਤ ਵੱਡਾ ਵਰਗ ਜਿਹੜਾ ਸੋਸ਼ਲ ਮੀਡੀਆ ਤੇ ਉਹ ਮਾਨ ਸਾਹਿਬ ਦੇ ਹੱਕ 'ਚ ਭੁਗਤ ਰਿਹਾ। ਇਹ ਕਿਸਾਨ ਆਗੂਆਂ ਨੂੰ ਅਸੀਂ ਪਹਿਲਾਂ ਵੀ ਚੇਤਾਉਂਦੇ ਰਹੇ ਸੀ ਕਿ ਭਾਈ ਤੁਹਾਡਾ ਕੰਮ ਜਿਹੜਾ ਹੈ ਨਾ ਬਹੁਤ ਜ਼ਿਆਦਾ ਨਜਾਇਜ਼ ਹੋ ਰਿਹਾ, ਬਹੁਤ ਜ਼ਿਆਦਾ ਨਜਾਇਜ਼ ਹੋ ਰਿਹਾ। ਉਹਦਾ ਕਾਰਨ ਕੀ ਸੀ? ਛੋਟੀਆਂ ਗੱਲਾਂ ਤੇ ਧਰਨੇ ਮੁਜ਼ਾਹਰੇ। ਅੱਜ ਜਦੋਂ ਹੁਣ ਵੱਡੀ ਅੜੀ ਫਸੀ ਆ ਤਾਂ ਤੁਸੀਂ ਦੇਖ ਲਓ, ਤਾਂ ਬਹੁਤ ਸਾਰੇ ਲੋਕ ਜਿਹੜੇ ਸ਼ਾਇਦ ਪਹਿਲਾਂ ਕਿਸਾਨ ਪੱਖੀ ਵੀ ਹੋਣ, ਤਾਂ ਉਹ ਪਾਰਟੀ ਪੱਖੀ ਨਹੀਂ ਆਪਾਂ ਕਹਿ ਸਕਦੇ, ਕਿਸਾਨ ਪੱਖੀ ਹੋ ਸਕਦਾ ਕਿਸੇ ਟਾਈਮ ਹੋਏ ਹੋਣ, ਪਰ ਅੱਜ ਦੀ ਤਾਰੀਖ ਦੇ ਵਿੱਚ ਉਹ ਵੀ ਇਸ ਕਾਰਵਾਈ ਦਾ, ਜਿਹੜੇ ਕਿ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਜਬਰੀਆ ਕਾਰਵਾਈ ਹੁੰਦੀ ਆ ਕਿ ਕਿਸੇ ਪ੍ਰੋਟੈਸਟਰ ਨੂੰ ਪ੍ਰੋਟੈਸਟ ਕਰਨ ਤੋਂ ਪਹਿਲਾਂ ਹੀ ਤੁਸੀਂ ਘਰ 'ਚ ਦਬੋਚ ਲੈਣਾ, ਉਹ ਪੁਲਿਸੀਆ ਸਟੇਟ ਹੀ ਆ, ਇੱਕ ਤਰ੍ਹਾਂ ਨਾਲ ਕੰਮ ਕਰਦੀ ਆ। ਤਾਂ ਉਹਦੀ ਵੀ ਕਿਤੇ ਨਾ ਕਿਤੇ ਅੱਜ ਪਿੱਠ ਥਾਪੜੀ ਜਾ ਰਹੀ ਹੈ। ਰਹੀ ਗੱਲ ਰੈਵਨਿਊ ਡਿਪਾਰਟਮੈਂਟ ਦੀ, ਗੁਰਪ੍ਰੀਤ ਜੀ ਗੱਲਾਂ ਇਹਦੇ ਵਿੱਚ ਕਈ ਨੇ। ਦੇਖੋ ਰੈਵਨਿਊ ਡਿਪਾਰਟਮੈਂਟ ਬਦਨਾਮ ਆ, ਹਰੇਕ ਮਹਿਕਮੇ ਦੇ ਵਿੱਚ ਹੀ ਕੰਮ ਚੱਲਦਾ, ਅੱਛੇ ਇਨਸਾਨ ਵੀ ਹੁੰਦੇ, ਇਮਾਨਦਾਰ ਵੀ ਇਨਸਾਨ ਹੁੰਦੇ ਆ, ਪਰ ਰੈਵਨਿਊ ਜ਼ਿਆਦਾ ਇਸ ਕਰਕੇ ਬਦਨਾਮ ਹੈ ਕਿਉਂਕਿ ਰੈਵਨਿਊ ਡਿਪਾਰਟਮੈਂਟ ਦੇ ਨਾਲ ਵਾਹ ਪੈਂਦਾ ਜੱਟਾਂ ਦਾ ਜ਼ਿਆਦਾ, ਪਿੰਡੂਆਂ ਦਾ ਜ਼ਿਆਦਾ, ਤੇ ਜਾਂ ਫਿਰ ਜਿਹੜੇ ਕਹਿ ਲਓ ਕਿ ਜ਼ਮੀਨੀ ਜਾਇਦਾਦ ਦੇ ਕਾਰੋਬਾਰੀ ਹੈ ਜਾਂ ਜਿਨ੍ਹਾਂ ਦਾ ਇਹਦੇ ਨਾਲ ਵਾਹ ਵਾਸਤਾ ਹੁੰਦਾ ਹੈ। ਤਾਂ ਜਦੋਂ ਖੱਜਲ ਖੁਆਰੀਆਂ ਝੱਲਦੇ ਨੇ ਕਿਸੇ ਵੀ ਥਾਂ ਤੇ, ਜਦੋਂ ਉਹਨਾਂ ਨੂੰ ਰਿਸ਼ਵਤਾਂ ਦੇਣੀਆਂ ਪੈਂਦੀਆਂ ਨੇ, ਤਾਂ ਫਿਰ ਉਹਨਾਂ ਨੂੰ ਇਉਂ ਲੱਗਦਾ ਕਿ ਸਾਰੇ ਹੀ ਲਾਹ ਵਾਢਿਓ ਉੱਤੋਂ ਲੈ ਕੇ ਹੇਠਾਂ ਤੱਕ ਸਾਰੇ ਹੀ ਕਰਪਟ ਆ, ਬੇਈਮਾਨ ਆ, ਕੰਮ ਚੋਰ ਆ। ਉਹ ਗੱਲਾਂ ਚੱਲਦੀਆਂ ਨੇ, ਫਿਰ ਕਿਤੇ ਨਾ ਕਿਤੇ ਫਿਰ ਪਰਸੈਪਸ਼ਨ ਕੰਮ ਕਰਦੀ ਆ। ਤਾਂ ਅੱਜ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਹੜਾ ਦੂਸਰਾ ਰੈਵਨਿਊ ਡਿਪਾਰਟਮੈਂਟ ਤੇ ਵੱਡਾ ਪ੍ਰਤੀਕਰਮ ਦਿੱਤਾ ਹੈ ਕਿ ਬਈ ਸ਼ਾਮ 5 ਵਜੇ ਤੱਕ ਆ ਜਾਓ, ਨਹੀਂ ਤਾਂ ਫਿਰ ਅਸੀਂ ਤੈਅ ਕਰਾਂਗੇ ਜਾਂ ਲੋਕ ਤੈਅ ਕਰਨਗੇ ਕਿ ਤੁਸੀਂ ਦੁਬਾਰਾ ਜੁਆਇਨ ਕਰਨਾ ਹੈ ਕਿ ਨਹੀਂ ਕਰਨਾ, ਜੇ ਕਰਨਾ ਹੈ ਤੇ ਕਿੱਥੇ ਕਰਨਾ ਹੈ, ਤੇ ਜੇ ਕਦੋਂ ਕਰਨਾ, ਜੇ ਕਰਨਾ ਵੀ ਹੈ ਤਾਂ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀ ਤਲਖੀ ਵਾਲੀ ਭਾਸ਼ਾ, ਤਾਂ ਉਹ ਸ਼ਾਇਦ ਇਸ ਕਰਕੇ ਕਿ ਕਿਸਾਨੀ ਦੇ ਮੁੱਦੇ ਤੋਂ ਯਕਦਮ ਇਹਨਾਂ ਨੇ ਧਿਆਨ ਹਟਾ ਦਿੱਤਾ। ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਨਿਗਾਹ ਸੀ, ਲੋਕ ਉਸ ਖਬਰ ਨੂੰ ਫੋਲੋ ਕਰ ਰਹੇ ਸਨ ਗੁਰਪ੍ਰੀਤ ਜੀ, ਤੁਸੀਂ ਵੀ ਦੇਖਿਆ ਹੋਣਾ। ਪਰ ਜਿਵੇਂ ਹੀ ਇਹਨਾਂ ਨੇ ਇਹਨਾਂ ਨੂੰ ਲਲਕਾਰਾ ਮਾਰਿਆ, ਜਿਵੇਂ ਹੀ ਇਹਨਾਂ ਨੇ ਇਹਨਾਂ ਰੈਵਨਿਊ ਡਿਪਾਰਟਮੈਂਟ ਦੇ ਕਰਮਚਾਰੀਆਂ ਅਧਿਕਾਰੀਆਂ ਨੂੰ ਡਰਾਵਾ ਮਾਰਿਆ, ਤਾਂ ਵੀ ਤੁਸੀਂ ਨਾਲ ਦੀ ਨਾਲ ਦੇਖੋ ਕਿ ਖਬਰ ਦਾ ਟ੍ਰੈਂਡ ਚੇਂਜ ਹੋ ਜਾਂਦਾ ਹੈ। ਤਾਂ ਇਹ ਚੀਜ਼ ਮਾਨ ਸਾਹਿਬ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ, ਮੀਡੀਆ ਮੈਨੇਜਮੈਂਟ ਇਹਨਾਂ ਦਾ ਬਹੁਤ ਜ਼ਬਰਦਸਤ ਹੈ। ਤਾਂ ਨਾਲ ਦੀ ਨਾਲ ਫਿਰ ਤੁਸੀਂ ਦੇਖਿਆ ਹੋਣਾ ਸੁਰਖੀ ਬਦਲ ਜਾਂਦੀ ਆ, ਤਾਂ ਫਿਰ ਮੀਡੀਆ ਜਿਹੜਾ ਇਹਨਾਂ ਦਾ ਪੱਖੀ ਮੀਡੀਆ, ਉਹ ਤੇ ਫਿਰ ਹਿੱਕ ਠੋਕ ਕੇ ਜਿਹੜਾ ਉਹ ਵਨ ਸਾਈਡਡ ਗੇਮ ਜਿਹੜੀ ਉਹ ਖੇਡਣ ਲੱਗ ਜਾਂਦਾ। ਸੋ ਲਿਹਾਜ਼ਾ ਦੋ ਵੱਡੀਆਂ ਕਹਿ ਲਓ ਕਿ ਧਿਰਾਂ ਨੇ ਜਿਹੜੀਆਂ, ਚਾਹੇ ਰੈਵਨਿਊ ਡਿਪਾਰਟਮੈਂਟ ਵਾਲੀਆਂ ਚਾਹੇ ਕਿਸਾਨ ਧਿਰਾਂ ਨੇ, ਤਾਂ ਉਹਨਾਂ ਦੇ ਸਾਹਮਣੇ ਇੱਕ ਵਾਰੀ ਮਾਨ ਹੋਰਾਂ ਨੇ ਦਮ ਤੇ ਭਰਿਆ। ਬਾਕੀ ਦੇਖੋ ਤੁਹਾਨੂੰ ਪਤਾ ਯੂ ਟਰਨ ਮਾਰਨ ਦੇ ਵਿੱਚ ਵੀ ਇਹਨਾਂ ਦੇ ਕੋਲ ਮਾਸਟਰ ਡਿਗਰੀ ਹੈ। ਆਉਣ ਵਾਲੇ ਦਿਨਾਂ 'ਚ ਕਿਉਂਕਿ ਕਿਸਾਨ ਆਗੂ ਜਦੋਂ ਮਾੜਾ ਜਿਹਾ ਇਹਨਾਂ ਨੇ ਸਕੰਜਾ ਢਿੱਲਾ ਕੀਤਾ, ਉਹਨਾਂ ਨੇ ਜਦੋਂ ਮਰੂਤੀ ਕਾਰਾਂ 'ਚ, ਜੈਨ ਕਾਰਾਂ 'ਚ, ਆਲਟੋ ਕਾਰਾਂ 'ਚ, ਸਵਿਫਟ ਕਾਰਾਂ 'ਚ, ਜੀਪਾਂ 'ਚ, ਜੀਪੜਿਆਂ 'ਚ ਜਦੋਂ ਰੱਖੀਆਂ ਦਰੀਆਂ ਤੇ ਆ ਕੇ ਉਹਨਾਂ ਨੇ ਸੜਕਾਂ ਤੇ ਲਾ ਲਏ ਡੇਰੇ। ਹਾਕਮ ਸੂਫੀ ਪੁੱਛਦਾ ਨਹੀਂ ਕਿੱਥੇ ਲਾਏ ਨੇ ਸੱਜਣਾ ਡੇਰੇ ਜੀ, ਤਾਂ ਬਸ ਉਹ ਕਹਿੰਦੇ ਕਿ ਖੜੇ ਆ ਮਾਨਾ ਰਾਹ ਵਿੱਚ ਤੇਰੇ। ਤਾਂ ਉਹ ਜਦੋਂ ਰਾਹ ਵਿੱਚ ਖੜਨਗੇ ਤਾਂ ਜਿਹੜੀ ਗੱਲ ਦਾ ਇਹ ਤੌਖਲਾ ਪ੍ਰਗਟਾਉਂਦੇ ਸਨ ਕਿ ਭਾਈ
ਧਰਨੇ ਮੁਜ਼ਾਹਰੇ ਜਿਹੜੇ ਆ ਉਹ ਦੂਸਰਿਆਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਦੇ ਆ ਤੇ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਆ, ਮੈਂ ਦੂਜੇ ਲੋਕ ਵੀ ਦੇਖਣੇ, ਬਿਲਕੁਲ ਗੱਲ ਦੇ ਨਾਲ ਸਹਿਮਤ ਆ। ਪਰ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਕੇ ਹਵਾਲਾ ਦੇ ਕੇ ਇਸ ਪੰਜਾਬ ਨੂੰ, ਇਸ ਸੂਬੇ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਦਾ ਯਤਨ ਕਰਦੇ ਹੋ ਤਾਂ ਫਿਰ ਖੁੱਲ ਕੇ ਜ਼ਿਆਦਾ ਸਗੋਂ ਲੱਗਣਗੀਆਂ ਹੋਣਗੀਆਂ ਨਾ ਗੁਰਪ੍ਰੀਤ ਜੀ। ਜੀ ਜੀ ਸੋ ਅਗਲੀ ਖਬਰ ਦਾ ਆਪਾਂ ਜੇਕਰ ਰੁਖ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕਿ ਉਹ ਸੰਸਦ ਪਹੁੰਚਣਗੇ, ਸੰਸਦ ਜਾਣ ਦੀ ਉਹਨਾਂ ਨੂੰ ਇਜਾਜ਼ਤ ਮਿਲੂਗੀ ਜਾਂ ਨਹੀਂ, ਇਹ 10 ਤਰੀਕ ਨੂੰ ਕਹਿੰਦੇ ਹੁਣ ਸੁਣਵਾਈ ਹੈ। ਕਿ ਫੈਸਲਾ 10 ਤਰੀਕ ਨੂੰ ਹੋ ਜਾਊਗਾ ਜੀ ਜਾਂ ਫਿਰ ਹੋਰ ਟਾਲ ਮਟੋਲਾ ਹੋ ਸਕਦਾ ਹੈ ਅੱਗੇ? ਦੇਖੋ ਇਹਦੇ ਚ ਗੁਰਪ੍ਰੀਤ ਜੀ ਕੋਈ ਆਪਾਂ ਅਗਾਊ ਗੱਲ ਨਹੀਂ ਕਹਿ ਸਕਦੇ, ਕਿਉਂਕਿ ਇਹ ਹੁੰਦਾ ਹੈ ਇੰਡੀਆ ਦੇ ਵਿੱਚ ਕੀ ਹੈ, ਜਿਵੇਂ ਗਾਣਾ ਨੇ ਇਟ ਹੈਪਨਸ ਓਨਲੀ ਇਨ ਇੰਡੀਆ। ਗੱਲ ਇਹ ਆ ਕਿ ਹੋ ਸਕਦਾ ਉਸ ਦਿਨ ਕੋਈ ਹੜਤਾਲ ਤੇ ਹੀ ਚਲੇ ਜਾਣ, ਵਕੀਲ ਹੀ ਚਲੇ ਜਾਣ, ਜੀ ਤਾਂ ਪੱਕਾ ਕੁਝ ਵੀ ਨਹੀਂ ਹੈ ਜੁਡੀਸ਼ਰੀ ਦੇ ਵਿੱਚ। ਜਿਵੇਂ ਕ੍ਰਿਕਟ ਚ ਕਹਿੰਦੇ ਆ ਨਾ ਕਿ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ, ਇੱਥੇ ਜੁਡੀਸ਼ਰੀ ਦੇ ਸਿਸਟਮ ਚ ਵੀ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ। ਫੈਸਲਾ ਲਿਖ ਕੇ ਜੱਜ ਕਈ ਵਾਰੀ 5-5 6-6 ਦਿਨ ਫੈਸਲਾ ਸੁਣਾਉਂਦੇ ਹੀ ਨਹੀਂ। ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ, ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਚਾਰਾਜੋਈ ਆ ਉਹਦੇ ਤੇ 10 ਨੂੰ ਸੁਣਵਾਈ ਤਾਂ ਹੋਣੀ ਆ। ਇਹਦੇ ਵਿੱਚ ਆ ਕੇ ਜਿਹੜੀ ਗੱਲ ਸਤਿਆਪਾਲ ਜੈਨ ਹੋਰਾਂ ਨੇ, ਜਿਹੜੇ ਕੇਂਦਰ ਦੇ ਕਾਨੂੰਨੀ ਨੁਮਾਇੰਦੇ ਆ, ਜੋ ਆ ਕੇ ਉਹਨਾਂ ਰੱਖੀ ਹੈ, ਤਾਂ ਉਹਨਾਂ ਨੇ ਇੱਕ ਅਹਿਮ ਨੁਕਤਾ ਜਿਹੜਾ ਹੈ ਉਹ ਉੱਥੇ ਪ੍ਰਗਟਾਇਆ। ਕੀ ਪ੍ਰਗਟਾਇਆ? ਉਹ ਕਹਿੰਦੇ ਆ ਕਿ ਜੋ ਸੰਸਦੀ ਕਮੇਟੀ ਹੁੰਦੀ ਆ, ਉਹਨਾਂ ਸੰਸਦੀ ਕਮੇਟੀਆਂ ਦੀ ਜੋ ਵੀ ਕਾਰਵਾਈ ਹੁੰਦੀ ਆ ਉਹ ਬਿਲਕੁਲ ਸੀਕ੍ਰੇਟ ਰੱਖੀ ਜਾਂਦੀ ਹੈ। ਜੋ ਵੀ ਮਤਲਬ ਕਿ ਸਿਫਾਰਿਸ਼ਾਂ ਹੁੰਦੀਆਂ ਨੇ ਉਹਨਾਂ ਨੂੰ ਤੁਰੰਤ ਸੰਸਦ ਦੇ ਵਿੱਚ ਪ੍ਰਸਤੁਤ ਜਾਂ ਪੇਸ਼ ਨਹੀਂ ਕੀਤਾ ਜਾਂਦਾ। ਤਦ ਤੱਕ, ਜਦੋਂ ਤੱਕ ਉਹਨਾਂ ਨੂੰ ਉੱਥੇ ਪੇਸ਼ ਨਹੀਂ ਕੀਤਾ ਜਾਏਗਾ, ਤਦ ਤੱਕ ਉਹਨਾਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਮਤਲਬ ਸਾਫ਼ ਹੈ। ਹੁਣ ਆਪਾਂ ਇਹਨੂੰ ਥੋੜਾ ਜਿਹਾ ਸਰਲ ਕਰ ਲੈਂਦੇ ਹਾਂ। ਤਾਂ ਕੇਂਦਰ ਸਰਕਾਰ ਨੇ ਆ ਕੇ ਕਿਹਾ ਹੈ ਕਿ ਜਦੋਂ ਤੱਕ ਉਹ ਸਿਫਾਰਿਸ਼ਾਂ ਉੱਥੇ ਟੇਬਲ ਨਹੀਂ ਹੋ ਜਾਣਗੀਆਂ ਸਦਨ ਦੇ ਵਿੱਚ, ਜੋ ਵੀ ਹੁਣ ਮਤਲਬ ਕਿ ਸਾਫ਼ ਆ ਕਿ ਇੱਕ ਕਮੇਟੀ ਬਣਾ ਦਿੱਤੀ ਜਿਨ੍ਹਾਂ ਗੈਰ ਹਾਜ਼ਰ ਮੈਂਬਰ ਪਾਰਲੀਮੈਂਟ ਆ, ਹਾਲੇ ਤੱਕ ਉੱਥੇ ਆਉਣਾ ਨਹੀਂ ਹੋਇਆ ਜਾਂ ਨਹੀਂ ਆ ਰਹੇ ਲਗਾਤਾਰ, ਤਾਂ ਉਹਨਾਂ ਤੇ ਇੱਕ ਕਮੇਟੀ ਬੈਠ ਗਈ ਜਿਨ੍ਹਾਂ ਨੇ ਕੇਸ ਦੇਖਣੇ ਆ ਕਿ ਕਿਹਦਾ ਜੈਨੂਇਨ ਆ, ਕਿਹਦਾ ਕੁਛ ਆ, ਕਿਹਦਾ ਕੁਛ ਆ। ਤਾਂ ਫਿਰ ਅੱਗੇ ਉਹਨਾਂ ਨੇ ਸਿਫਾਰਿਸ਼ਾਂ ਕਰਨੀਆਂ ਕਿ ਭਾਈ ਇਹਦੀ ਹਾਜ਼ਰੀ ਮਾਫ ਹੋ ਜਾਵੇ, ਇਹਦੀ ਹਾਜ਼ਰੀ ਮਾਫ ਹੋ ਜਾਵੇ। ਪਰ ਉਹਦੇ ਚ ਪ੍ਰੋਬਲਮ ਕੀ ਆ, ਜੋ ਕੇਂਦਰ ਦਾ ਨੁਮਾਇੰਦਾ ਕਹਿ ਰਿਹਾ, ਕਾਨੂੰਨੀ ਨੁਮਾਇੰਦਾ, ਕਿ ਭਾਈ ਵੇਖੋ ਅਸੀਂ ਇਹ ਜਿਹੜੀ ਰਿਪੋਰਟ ਹੈ ਜਾਂ ਸਿਫਾਰਿਸ਼ਾਂ ਨੇ ਜਿਹੜੀਆਂ ਉਹ ਇੱਥੇ ਜਨਤਕ ਨਹੀਂ ਕਰ ਸਕਦੇ, ਕੋਰਟ 'ਚ ਪੇਸ਼ ਨਹੀਂ ਕਰ ਸਕਦੇ ਜਦ ਤੱਕ ਹਾਊਸ ਦੇ ਵਿੱਚ ਇਹ ਚੀਜ਼ਾਂ ਟੇਬਲ ਨਹੀਂ ਹੁੰਦੀਆਂ। ਤਾਂ ਮੇਰੇ ਖਿਆਲ ਦੇ ਨਾਲ ਹੁਣ 10 ਤਰੀਕ ਨੂੰ ਫਿਰ ਨਿਬੇੜਾ ਹੋ ਜਾਣਾ ਚਾਹੀਦਾ। ਕਿਉਂਕਿ ਜੇ ਕੋਰਟ ਲੱਗਦੀ ਹੈ ਤਾਂ ਫਿਰ ਤੇ ਸਾਫ਼ ਹੈ ਨਾ ਕਿ ਜੋ ਵੀ ਕਮੇਟੀ ਬੈਠੀ ਆ ਉਸਨੇ ਸਿਫਾਰਿਸ਼ਾਂ ਦੇਣੀਆਂ ਤੇ ਫਿਰ ਉਹ ਅਮਲ 'ਚ ਆ ਜਾਣੀਆਂ। ਤਾਂ ਮੇਰੇ ਖਿਆਲ ਦੇ ਨਾਲ ਕੋਰਟ ਨੂੰ ਤੇ ਫਿਰ ਬਹੁਤੀ ਸੁਣਵਾਈ ਲੰਮੀ ਜਿਹੜੀ ਹੈ ਲਮਕਾਉਣ ਦਾ ਕੋਈ ਤੁਕ ਨਹੀਂ ਬਣਦਾ। ਇਹ ਕਹਿ ਕੇ ਕਿ ਹਾਂਜੀ ਚਲੋ ਫੈਸਲਾ ਲਵੇ ਜਲਦੀ, ਤਾਂ ਪਟੀਸ਼ਨ ਦੁਬਾਰਾ ਵੀ ਪੈ ਜਾਂਦੀ ਹੁੰਦੀ ਆ, ਉਹ ਫਿਰ ਦੁਬਾਰਾ ਤੋਂ ਯਾਨੀ ਪੁਨਰ ਸੁਰਜੀਤੀ ਹੋ ਜਾਂਦੀ ਆ ਪਟੀਸ਼ਨ ਕਿਸੇ ਦੀ ਵੀ। ਤਾਂ ਖੈਰ ਮੇਰੇ ਖਿਆਲ ਦੇ ਨਾਲ ਜਿਵੇਂ ਤੁਸੀਂ ਇੱਕ ਆਸ ਪ੍ਰਗਟਾਈ ਆ, ਉਮੀਦ ਪ੍ਰਗਟਾਈ ਆ ਕਿ ਭਾਈ ਸ਼ਾਇਦ 10 ਨੂੰ ਨਿਬੜ ਜਾਏਗਾ, ਤਾਂ ਮੈਨੂੰ ਵੀ ਲੱਗਦਾ ਕਿ ਨਿਬੜਨਾ ਚਾਹੀਦਾ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਇੰਡੀਆ ਦੇ ਵਿੱਚ ਕੁਝ ਚੀਜ਼ਾਂ ਆਪਾਂ ਸਥਾਈ ਮੰਨ ਕੇ ਨਹੀਂ ਚੱਲ ਸਕਦੇ ਜਾਂ ਪੱਕੀਆਂ ਮੰਨ ਕੇ ਨਹੀਂ ਚੱਲ ਸਕਦੇ ਕਿ ਉਸ ਦਿਨ ਇਸੇ ਤਰ੍ਹਾਂ ਹੀ ਵਾਪਰ ਜੀ। ਸੋ ਅੱਗੇ ਚਲੀਏ ਤਾਂ ਪਾਦਰੀ ਬਜਿੰਦਰ ਨੇ ਜਿਹੜੇ ਬਹੁਤ ਮਸ਼ਹੂਰ ਨੇ, ਉਹਨਾਂ ਦੀਆਂ ਤਸਵੀਰਾਂ ਬਹੁਤ ਵੱਡੇ ਪੋਲੀਟੀਸ਼ੀਅਨਾਂ ਨਾਲ, ਬਹੁਤ ਵੱਡੇ ਐਕਟਰਾਂ ਨਾਲ ਅਕਸਰ ਸਾਹਮਣੇ ਆਉਂਦੀਆਂ ਨੇ ਜਦੋਂ ਸਟੇਜ ਤੇ ਉਹ ਪਾਏ ਜਾਂਦੇ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਕਲਿੱਪਸ ਵੀ ਅਜਿਹੀਆਂ ਨੇ ਜਿਹੜੀਆਂ ਦੁਨੀਆ ਭਰ ਚ ਇੰਨੀਆਂ ਫੇਮਸ ਨੇ ਕਿ ਉਹਨਾਂ ਤੇ ਟ੍ਰੈਂਡਿੰਗ ਮੀਮਸ ਬਣਦੇ ਨੇ, ਫਨੀ ਚੁਟਕਲੇ ਬਣਦੇ ਨੇ। ਸੋ ਉਹਨਾਂ ਦੀ ਹੁਣ ਉਹਨਾਂ ਨੂੰ ਲੈ ਕੇ ਸਿੱਟ ਬਣੀ ਹੈ ਕਿਉਂਕਿ ਬੀਤੇ ਦਿਨ ਹੀ ਉਹਨਾਂ ਤੇ ਇੱਕ ਲੜਕੀ ਦੇ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਸੀ। ਜੀ ਆਪਾਂ ਇਸ ਖਬਰ ਤੇ ਆਉਨੇ ਆ। ਇੱਕ ਵੱਡੀ ਖਬਰ, ਬ੍ਰੇਕਿੰਗ ਖਬਰ ਇਹ ਆ ਰਹੀ ਹੈ ਕਿ 14 ਤਹਿਸੀਲਦਾਰ ਸਸਪੈਂਡ ਕਰ ਦਿੱਤੇ ਗਏ ਨੇ ਰਾਤ ਦੇ ਹਨੇਰੇ 'ਚ। ਕਲਮ ਚੱਲੀ ਆ, ਹਰਿਆ ਪੈਨ ਨਹੀਂ ਹੈ, ਇਹ ਲਾਲ ਪੈਨ ਚੱਲ ਗਿਆ ਮੈਨੂੰ ਲੱਗਦਾ। ਅੱਜ ਦੀ ਕਾਰਵਾਈ ਨੂੰ ਲੈ ਕੇ ਹੋਇਆ ਜੀ ਇਹ ਸਾਰਾ ਕੁਝ? ਹਾਂਜੀ 14 ਤਹਿਸੀਲਦਾਰ, ਬਹੁਤ ਵੱਡੀ ਕਾਰਵਾਈ ਹੈ ਗੁਰਪ੍ਰੀਤ ਜੀ, ਜੇ ਮੰਨੀਏ ਆਪਾਂ ਤਾਂ ਬਹੁਤ ਵੱਡੀ ਕਾਰਵਾਈ ਤੇ ਇਹਦਾ ਮਤਲਬ ਹਾਂਜੀ ਮਿੰਟੂ ਜੀ ਇੱਥੇ ਇਹਨੂੰ ਇਹ ਮੰਨੀਏ ਫਿਰ ਹੁਣ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਸਿਰਫ ਦਿਖਾਉਣ ਦੇ ਲਈ ਜਾਂ ਖਬਰ ਦਾ ਟ੍ਰੈਂਡ ਚੇਂਜ ਕਰਨ ਲਈ ਨਹੀਂ ਮੈਦਾਨ ਚ ਉਤਰੇ ਸੀ, ਉਹਨਾਂ ਨੇ ਸੱਚੀਓ ਸ਼ਕਤੀਆਂ ਵਰਤ ਲਈਆਂ ਆਪਣੀਆਂ। ਫੇ
ਬਿਲਕੁਲ ਦੇਖੋ ਹੁਣ ਜਦੋਂ ਕਹਿ ਹੀ ਦਿੱਤਾ, ਜਦੋਂ ਇੰਨਾ ਜੀ ਪਬਲਿਕਲੀ ਉਹਨਾਂ ਨੇ ਠੋਕ ਕੇ ਕਹਿ ਦਿੱਤਾ ਕਿ ਅਸੀਂ ਕਾਰਵਾਈ ਕਰਾਂਗੇ, ਤਾਂ ਫਿਰ ਜੀ ਹੁਣ ਸ਼ਾਮ ਨੂੰ 5 ਵਜੇ ਤੱਕ ਜਿਹੜੇ ਨਹੀਂ ਆਏ ਕਾਰਵਾਈ ਤਾਂ ਫਿਰ ਕਰਨੀ ਬਣਦੀ ਹੈ ਨਾ। ਪਰ ਹੁਣ ਜੀ ਇਹ ਦੇਖਣਾ ਹੋਏਗਾ ਕਿ ਇਹਨਾਂ ਸਸਪੈਂਸ਼ਨਾਂ ਤੇ ਇਹ ਸਟੈਂਡ ਕਰ ਸਕਣਗੇ, ਕਿਉਂਕਿ ਜੀ ਬਹੁਤ ਕੁਝ ਹੁੰਦਾ ਹੈ ਨਾ, ਫਾਰਮੈਲਿਟੀਆਂ ਬਹੁਤ ਹੁੰਦੀਆਂ ਨੇ, ਕੋਰਟ ਕਚਹਿਰੀਆਂ 'ਚ ਵੀ ਚੈਲੰਜ ਹੋ ਜਾਂਦੇ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਗੱਲ ਇੱਥੇ ਹੈਂਕੜ ਦੀ ਜਾਂ ਖਬਰ ਦੇ ਟ੍ਰੈਂਡ ਨੂੰ ਚੇਂਜ ਕਰਨ ਦੀ ਨਹੀਂ, ਜਾਂ ਰਣਨੀਤਿਕ ਪੈਂਤੜੇ ਦੀ ਨਹੀਂ। ਓਵਰਆਲ ਇਹ ਹਮ, ਹੈ ਕਿ ਜੇ ਟਕਰਾਅ ਵੱਧਦਾ ਹੈ ਪ੍ਰਸ਼ਾਸਨ ਦਾ ਜਾਂ ਕਿਸੇ ਮਹਿਕਮੇ ਦਾ, ਅਲਟੀਮੇਟਲੀ ਉਹਦਾ ਪ੍ਰਭਾਵ ਜਿਹੜਾ ਪਬਲਿਕ ਤੇ ਪੈਣਾ, ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਦੇਖੋ ਮਾਨ ਸਾਹਿਬ ਜਿਹੜੇ ਆ ਨਾ, ਤੁੱਕੇ ਮਾਰ ਰਾਜਨੀਤਿਕ ਬੰਦੇ ਆ। ਤੁੱਕੇ ਮਾਰ ਰਾਜਨੀਤਿਕ ਕੀ ਹੈ, ਅੱਜ ਵੀ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਗੁਰਪ੍ਰੀਤ ਜੀ, ਗੱਲ ਇਹ ਕਹੀ ਸੀਗੀ ਕਿ ਅਸੀਂ ਹੈਡਮਾਸਟਰ ਜਾਂ ਪ੍ਰਿੰਸੀਪਲ ਜਿਹੜੇ ਆ ਉਹ ਰਜਿਸਟਰੀਆਂ ਤੇ ਲਾ ਦੇਾਂਗੇ। ਤੇ ਕੁਝ ਦਿਨ ਪਹਿਲਾਂ ਦੀ ਰਿਪੋਰਟ ਤੇ ਇਹ ਕਹਿੰਦੀ ਸੀ 1700 ਸਮਥਿੰਗ ਜਿਹੜੇ ਮਤਲਬ ਕਿ ਹੈਗੇ ਨੇ ਜਿਹੜੇ ਮੁੱਖ ਅਧਿਆਪਕ, ਉਹਨਾਂ ਦੇ ਵਿੱਚੋਂ 710 ਜਿਹੜੇ ਆ ਉਹ ਹੈ ਹੀ ਨਹੀਂ ਗਿਆ ਆਪਣੀਆਂ ਸੀਟਾਂ ਤੇ। ਤਾਂ ਜਿੱਥੇ ਡਿਪਾਰਟਮੈਂਟਾਂ 'ਚ ਤਾਂ ਪਹਿਲਾਂ ਹੀ ਕਿੱਲਤ ਆ। ਸੋ ਇਸ ਕਰਕੇ ਕਾਫੀ ਕੁਝ ਵੇਖਣਾ ਪਏਗਾ, ਵਿਚਾਰਨਾ ਪਵੇਗਾ। ਬੜਕ ਮਾਰਨੀ ਬਹੁਤ ਸੌਖੀ ਹੁੰਦੀ ਹੈ, ਖਾਸੇ ਦਾ ਆਦੀਆ ਪੀ ਕੇ ਪਤਾ ਨਹੀਂ ਪੰਜਾਬ 'ਚ ਕਿੰਨੇ ਕੁ ਲੋਕ ਰਾਤ ਨੂੰ ਬੜਕਾ ਮਾਰਦੇ ਨੇ। ਤਾਂ ਗੱਲ ਤੇ ਆ ਜੀ ਕਿ ਜੀ ਬੜਕ ਦੀ ਫਿਰ ਅਗਲੇ ਦਿਨ ਮੜਕ ਵੀ ਕਾਇਮ ਰਹੇ ਨਾ, ਤਾਂ ਫਿਰ ਗੱਲ ਬਣਦੀ ਆ, ਆਪਾਂ ਕਰੀਏ ਗੱਲ। ਤੁਹਾਡੇ ਸ਼ਬਦਾਂ ਦੇ ਵਿੱਚ ਹੀ ਕਹਿ ਦਿੰਦੇ ਆ ਕਿ ਇਹਨਾਂ ਨੇ ਡਿਗਰੀ ਹਾਸਲ ਕੀਤੀ ਹੋਈ ਹੈ ਯੂ ਟਰਨ ਮਾਰਨ 'ਚ, ਕਿਤੇ ਉਹੀ ਨਾ ਮਾਰਨੀ ਪੈ ਜਾਏ, ਸ਼ਾਮ ਦੀ ਕੀਤੀ ਉਹ ਸਵੇਰ ਨੂੰ ਪੂੰਝਣੀ ਪੈ ਜਾਵੇ। ਤੇ ਅੱਗੇ ਚੱਲਦੇ ਆ, ਆਪਾਂ ਗੱਲ ਪ੍ਰੋਫਿਟ ਵਜਿੰਦਰ ਦੀ ਕਰ ਰਹੇ ਸੀ। ਬੀਤੇ ਦਿਨ ਹੀ ਇੱਕ ਲੜਕੀ ਨੇ ਬਹੁਤ ਗੰਭੀਰ ਦੋਸ਼ ਉਹਨਾਂ ਤੇ ਲਾਏ ਸੀ, ਸਿੱਟ ਬਣੀ ਹੈ ਜੀ, ਪੂਰਾ ਕੀ ਮਾਮਲਾ ਹੈ? ਹਾਂਜੀ ਦੇਖੋ, ਦੋਸ਼ ਲੱਗੇ ਸੀ ਕਿ ਲੜਕੀ ਨੇ ਸ਼ੋਸ਼ਣ ਦੇ ਦੋਸ਼ ਲਾਏ ਸੀਗੇ, ਤੇ ਇਹਨਾਂ ਨੇ ਅੱਗੋਂ ਜਵਾਬ ਦਿੱਤਾ ਸੀਗਾ ਕਿ ਇਹ ਚੋਰੀ ਕਰਦੇ ਫੜੇ ਗਏ ਸੀਗੇ, ਯਾਨੀ ਇੱਥੋਂ ਕੱਢੇ ਸੀਗੇ, ਇੱਥੋਂ ਵੱਡੇ ਸੀਗੇ, ਵਗੈਰਾ ਵਗੈਰਾ ਵਗੈਰਾ। ਮਤਲਬ ਕਿ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜੇ ਆਪਾਂ ਦੇਖੀਏ, ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾ, ਕਿ ਜਿਵੇਂ ਜਿਵੇਂ ਈਸਾਈ ਵਸੋਂ 'ਚ ਵੱਧ ਰਹੇ ਆ, ਉਹ ਰਾਜਨੀਤਿਕ ਪਾਵਰ ਵੀ ਵਧੇਰੇ ਰੱਖਦੇ ਆ ਜੀ। ਜੀ ਜੀ ਹੁਣ ਜੇ ਤੁਸੀਂ ਦੇਖੋਗੇ ਤਾਂ ਗੁਰਦਾਸਪੁਰ ਦੇ ਵਿੱਚ ਉਹਨਾਂ ਦੇ ਸਮਾਗਮਾਂ 'ਚ ਤੁਹਾਨੂੰ ਵੱਡੇ ਵੱਡੇ ਲੀਡਰ ਜਾਂਦੇ ਦਿਖਾਈ ਦੇਣਗੇ, ਮਾਝੇ ਦੇ ਵਿੱਚ ਖਾਸ ਤੌਰ ਤੇ। ਕਿਉਂ? ਕਿਉਂਕਿ ਉਹਨਾਂ ਤੋਂ ਵੋਟ ਲੈਣੇ ਆ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਅਨਵਰ ਮਸੀਹ ਕੌਣ ਸੀ? ਅਨਵਰ ਮਸੀਹ ਜਿਹਦਾ ਜ਼ਿਕਰ ਹੋਇਆ ਸੀ, ਅਨਵਰ ਮਸੀਹ ਤੇ ਅਕਾਲੀ ਲੀਡਰ ਸੀਗਾ ਨਾ ਸਰ ਕਿਸੇ ਟਾਈਮ, ਜੀ 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 ਜਿਹੜਾ ਹੈਰੋਇਨ ਦੇ ਕੇਸ 'ਚ ਫਸਿਆ ਸੀ। ਤਾਂ ਉਹ ਲੀਡਰ ਸੀਗਾ, ਉਹ ਅਕਾਲੀ ਦਲ ਦਾ ਲੀਡਰ ਸੀ। ਤਾਂ ਤੁਸੀਂ ਸੋਚ ਕੇ ਦੇਖੋ, ਇੱਕ ਮਸੀਹ ਨੂੰ ਅਕਾਲੀ ਦਲ ਦੇ ਵਿੱਚ ਲਿਆ ਜਾਣਾ, ਉਹ ਉਹਨਾਂ ਦੀ ਰਾਜਨੀਤਿਕ ਵਜ਼ਨ ਨੂੰ ਦਰਸਾਉਂਦਾ ਹੈ ਸਰ। ਤਾਂ ਇਹਨਾਂ ਨੇ, ਮੈਂ ਇਹਦੇ ਤੇ ਇੱਕ ਵਿਸਤਾਰਪੂਰਵਕ ਰਿਪੋਰਟ ਕੀਤੀ ਹੋਈ ਆ ਕਿ ਕਿਵੇਂ ਬਾਦਲ ਰਾਜ ਦੇ ਵਿੱਚ, ਬਾਦਲ ਸਰਕਾਰ 'ਚ ਈਸਾਈਆਂ ਨੂੰ ਗ੍ਰਾਂਟਾਂ ਵਿਸ਼ੇਸ਼ ਤੌਰ ਤੇ ਦਿੱਤੀਆਂ ਗਈਆਂ ਸਨ ਮਾਝੇ ਦੇ ਕੁਝ ਖਾਸ ਇਲਾਕਿਆਂ ਦੇ ਅੰਦਰ। ਤਾਂ ਕਹਿਣ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਇਹ ਵੱਧ ਰਹੇ ਨੇ ਵਸੋਂ ਦੇ ਵਿੱਚ, ਤਿਵੇਂ ਤਿਵੇਂ ਇਹਨਾਂ ਦੀ ਸਿਆਸੀ ਪਾਵਰ ਵੀ ਵੱਧ ਰਹੀ ਆ। ਤਾਂ ਮੇਰੇ ਖਿਆਲ ਦੇ ਨਾਲ ਜੋ ਵਜਿੰਦਰ ਦੇ ਮਾਮਲੇ ਦੇ ਵਿੱਚ ਐਸਆਈਟੀ ਬਣੀ ਆ, ਪਾਦਰੀ ਦੇ ਮਾਮਲੇ ਦੇ ਵਿੱਚ, ਇਹ ਕੋਈ ਹੋਰ ਬੰਦਾ ਹੁੰਦਾ ਤੇ ਸ਼ਾਇਦ ਐਸਆਈਟੀ ਦਾ ਗਠਨ ਨਾ ਕੀਤਾ ਜਾਂਦਾ। ਸਰਕਾਰ ਨੇ ਐਸਆਈਟੀ ਦਾ ਗਠਨ ਕਰਕੇ ਕੀ ਆ ਕਿ ਤੁਰੰਤ ਪ੍ਰਭਾਵ ਦੇ ਨਾਲ ਇੱਕ ਵਾਰੀ ਉਹ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਸਾਹਿਬ ਨਾਲ। ਕਿਉਂ? ਜੀ ਕਿਉਂਕਿ ਜੇ ਐਫਆਈਆਰ ਕੱਟੀ ਜਾਂਦੀ ਆ ਤਾਂ ਕਾਨੂੰਨਨ ਗ੍ਰਿਫਤਾਰੀ ਦਾ ਰਸਤਾ ਖੁੱਲ ਜਾਂਦਾ ਹੈ। ਪਰ ਜੇ ਇੱਕ ਜਾਂਚ ਪੈਂਡਿੰਗ ਪਈ ਆ, ਤੇ ਜਦੋਂ ਤੱਕ ਉਹਨੂੰ ਮਰਜ਼ੀ ਲੈ ਜਾਓ, ਭਾਵੇਂ ਬੰਦੇ ਦੇ 100 ਸਾਲ ਕਢਾ ਦਿਓ ਜੀ ਜਾਂਚ ਦੇ ਨਾਮ ਤੇ। ਜੀ ਸਰ ਕਿੰਨੇ ਲੀਡਰ ਆ ਜਿਨ੍ਹਾਂ ਦੇ ਮੁਕੱਦਮੇ ਕਈ ਦਹਾਕਿਆਂ ਤੱਕ ਚੱਲੀ ਆਉਂਦੇ ਆ, ਜਾਂਚ ਖੋਲ ਕੇ ਰੱਖ ਦਿੰਦੇ ਜੀ, ਜਾਂਚ ਚੱਲ ਜੀ ਨਾ ਇੱਧਰ ਦਾ ਹੈ ਨਾ ਉਹੀ ਇੱਧਰ ਦੇ ਨਾ ਉੱਧਰ ਦੇ ਸਾਲੇ ਬਣੇ ਆ ਚੌਧਰ ਦੇ। ਤਾਂ ਗੱਲ ਇਹ ਆ ਕਿ ਜੀ ਉਹ ਮਤਲਬ ਕਿ ਨਾ ਇੱਧਰ ਦਾ ਮਾਮਲਾ ਰਹਿੰਦਾ ਨਾ ਉੱਧਰ ਦਾ ਰਹਿੰਦਾ ਜੀ। ਤਾਂ ਗੱਲ ਇਹ ਆ ਕਿ ਵਜਿੰਦਰ ਤੇ ਤਾਂ ਅੱਗੇ ਮਾਮਲੇ ਦਰਜ ਨੇ, ਪਾਸਪੋਰਟ ਦਾ ਮਾਮਲਾ ਇਹਦੇ ਤੇ ਆ, ਸ਼ੋਸ਼ਣ ਦਾ ਜੀ ਮਾਮਲਾ ਇਹਦੇ ਤੇ ਆ। ਇਸ ਤੋਂ ਜੀ ਇਲਾਵਾ ਜੇ ਤੁਸੀਂ ਵੇਖੋਗੇ ਤਾਂ 452 506 ਦਾ ਇੱਧਰ ਯਮੁਨਾ ਨਗਰ ਵਾਲੀ ਸਾਈਡ ਵੀ ਇੱਕ ਮਾਮਲਾ ਹੈ। ਤਾਂ ਜੀ ਕੱਲ ਮੈਂ ਤੁਹਾਨੂੰ ਕੱਲ ਵਜਿੰਦਰ ਦੀ ਹੋਰ ਗੱਲ ਦੱਸਦਾ ਜੀ ਕਿ ਕੱਲ ਇੱਕ ਮੁਕੱਦਮੇ ਦੀ ਸੁਣਵਾਈ ਸੀ, ਲੋਚੇਤਾ ਆ ਗਿਆ, ਤੇ ਉਸ ਸੁਣਵਾਈ ਦੇ ਵਿੱਚ ਇਹਨਾਂ ਦੇ ਵਕੀਲ ਨੇ ਹਾਜ਼ਰੀ ਮਾਫੀ ਦੀ ਅਰਜ਼ੀ ਲਾਈ, ਤੇ ਦੂਜਿਆਂ ਨੇ ਇਤਰਾਜ਼ ਜਤਾਇਆ ਕਿ ਭਾਈ ਨਹੀਂ ਨਹੀਂ ਹਾਜ਼ਰੀ ਮਾਫੀ ਨਹੀਂ ਬਣਦੀ। ਤਾਂ ਇਹਨਾਂ ਨੇ ਅਦਾਲਤ ਵਾਲਿਆਂ ਨੇ ਜਦੋਂ ਹੁਕਮ ਦਿੱਤਾ ਕਿ ਤੁਸੀਂ 4 ਵਜੇ ਬਈ ਆਪਦਾ ਕਲਾਇੰਟ 4:30 ਤੋਂ ਪਹਿਲਾਂ ਪੇਸ਼ ਕਰੋ, ਵਕੀਲ ਨੂੰ ਕਿਹਾ, ਤੇ 2:30 ਵਜੇ ਉਹ ਆ ਕੇ ਕਹਿੰਦੇ ਜੀ ਕਿ ਨਹੀਂ ਨਹੀਂ ਉਹਦੀ ਤਬੀਅਤ ਬਹੁਤ ਢਿੱਲੀ ਆ ਕਲਾਇੰਟ ਦੀ, ਉਹ ਪੇਸ਼ ਨਹੀਂ ਹੋ ਸਕਦੇ। ਤੇ ਉਦੋਂ ਨੂੰ ਉਹ YouTube ਤੇ ਲਾਈਵ ਹੋਇਆ ਪਿਆ ਸੀਗਾ ਵਜਿੰਦਰ। ਜੀ ਉਹ ਜਿਹੜਾ ਕਾਨੂੰਨੀ ਤੌਰ ਤੇ ਵਿਰੋਧੀ ਵਕੀਲ ਸੀਗਾ, ਉਹਨਾਂ ਨੇ ਚੱਕ ਜੀ ਕੇ ਕੱਢ ਕੇ ਉਹ ਦਿਖਾਤਾ ਕਿ ਆਹ ਬੰਦਾ ਤੇ ਉਪਦੇਸ਼ ਪਿਆ ਦਿੰਦਾ। ਤਾਂ ਉੱਥੇ ਜੀ ਉਹਦੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਏ ਨੇ। ਤਾਂ ਮੁਸੀਬਤਾਂ ਤੇ ਚੁਫੇਰੇ ਤੋਂ ਆ। ਪਰ ਇਧਰੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਐਸਆਈਟੀ ਬਣਾਉਣ ਦਾ ਮਤਲਬ ਕਿ
ਇੱਕ ਤਰ੍ਹਾਂ ਨਾਲ ਹਾਲ ਦੀ ਘੜੀ ਜਾਂਚ ਜਿਹੜੀ ਆ ਖੋਲ ਦਿੱਤੀ ਗਈ ਹੈ। ਨਹੀਂ ਤਾਂ ਆਮ ਤੌਰ ਤੇ ਤੁਹਾਨੂੰ ਪਤਾ ਆਮ ਬੰਦੇ ਤੇ ਜੇ ਕੋਈ ਇਸ ਤਰ੍ਹਾਂ ਦਾ ਦੋਸ਼ ਦਰਜ ਕਰਵਾ ਦੇਵੇ ਕੋਈ ਸੁਣਦਾ ਹੀ ਨਹੀਂ ਹੈ ਸਾਹਿਬ। ਤਾਂ ਉਧਰ ਜੀ ਜੋ ਮਹਿਲਾ ਕਮਿਸ਼ਨ ਨੇ ਉਹਨਾਂ ਨੇ ਪੁਲਿਸ ਤੋਂ ਜਵਾਬ ਮੰਗਿਆ ਤੇ ਬਾਕੀ ਦੇਖੋ ਕਦੋਂ ਕੀ ਗੱਲ ਬਣਦੀ ਆ। ਪਰ ਕਾਸ਼ ਕਿਤੇ ਮਹਿਲਾ ਕਮਿਸ਼ਨ ਵਾਲੀ ਬੀਬੀ ਨੂੰ ਬਲਕਾਰ ਸਿੱਧੂ ਵਾਲੀ ਆਡੀਓ ਵੀ ਕੋਈ ਭੇਜ ਦੇਵੇ ਤੇ ਮੇਰੇ ਖਿਆਲ ਦੇ ਨਾਲ ਉਹ ਵੀ ਚੰਗਾ ਹੋਏਗਾ। ਉਹਨਾਂ ਵਾਲਾ ਕੰਮ ਹੀ ਆ। ਉਹ ਆਡੀਓ ਜਿਹੜੀ ਆ ਉਹ ਇਹਨਾਂ ਤੱਕ ਨਹੀਂ ਪਹੁੰਚ ਰਹੀ। ਪਤਾ ਨਹੀਂ ਕਿਹੜਾ ਮੈਗਨੇਟ ਲੱਗਾ ਕਿ ਪਿੱਛੇ ਮੁੜ ਆਉਂਦੀ ਆ ਤੇ ਜੇ ਕੋਈ ਜਾ ਕੇ ਹੱਥ ਦਸਤੀ ਫੜਾਵੇ ਤੇ ਬੜੀ ਮਿਹਰਬਾਨੀ ਹੋਏਗੀ। ਉਹਦੇ ਚ ਉਹ ਨਾਰੀ ਸ਼ਕਤੀ ਨੂੰ, ਨਾਰੀ ਨੂੰ, ਇਸਤਰੀ ਨੂੰ ਕਿਸ ਤਰ੍ਹਾਂ ਸਨਮਾਨ ਦੇ ਰਿਹਾ ਹੈ ਇਹਨਾਂ ਦੇ ਵਿਧਾਇਕ ਦਾ ਵੀ ਪਤਾ ਲੱਗ ਜੂ। ਤੇ ਇਹ ਜਿਹੜੀਆਂ ਬੀਬੀਆਂ ਲਾਈਵ ਕਰਦੀਆਂ ਕਮਿਸ਼ਨ ਚ ਬੈਠ ਕੇ, ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਥੋੜਾ, ਇਹਨਾਂ ਨੂੰ ਵੀ ਲਾਈਵ ਦਾ ਹੋਰ ਮੌਕਾ ਮਿਲ ਜਾਏਗਾ, ਵਿਊਜ਼ ਅੱਛੇ ਮਿਲ ਜਾਣਗੇ ਜੇ ਉਹਦੇ ਤੇ ਵੀ ਕੰਮ ਜੀ ਕੀਤਾ ਜਾਵੇ। ਜੀ ਵੈਸੇ ਵੀ ਇਹਨਾਂ ਨੂੰ ਵਿਊ ਬਟੋਰਨੇ ਨਹੀਂ ਆਉਂਦੇ। ਇਹਨਾਂ ਤੋਂ ਪਹਿਲੇ ਜਿਹੜਾ ਮਹਿਲਾ ਕਮਿਸ਼ਨ ਵਾਲੇ ਬੀਬੀ ਜੀ ਸੀ ਉਹਨਾਂ ਨੂੰ ਪਤਾ ਸੀ ਕਿੱਦਾਂ ਵਿਊ ਬਟੋਰਨੇ ਨੇ। ਲੈਂਬਰ ਹੁਸੈਨ ਜੀ ਲੈਂਬਰ ਹੁਸੈਨਪੁਰੀ ਵਾਲਾ ਮੁੱਦਾ ਜਿੰਨਾ ਉਹਨਾਂ ਨੇ ਰਗੜਿਆ ਸੀ ਉਹਨਾਂ ਤਾਂ ਮੈਨੂੰ ਲੱਗਦਾ ਮੀਡੀਆ ਵਾਲਿਆਂ ਨੇ ਨਹੀਂ ਰਗੜਿਆ ਸੀ। ਚੰਗੇ ਵਿਊ ਕੱਟੇ। ਪਰ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਲੈਂਬਰ ਨੂੰ ਤਾਂ ਦਰੰਬੜ ਕੇ ਰੱਖਤਾ। ਜੀ ਸੋ ਪਟਵਾਰੀਆਂ ਤੇ ਤਾਂ ਕਾਰਵਾਈ ਹੋ ਗਈ ਜੀ। ਹੁਣ ਕਹਿੰਦੇ ਨਜਾਇਜ਼ ਮਾਈਨਿੰਗ ਤੇ ਵੀ ਕਾਰਵਾਈ ਹੋਣੀ ਹੈ ਜੀ, ਸ਼ੁਰੂ ਹੋਣੀ ਹੈ, ਪਤਾ ਨਹੀਂ ਕਦੋਂ ਨੂੰ ਹੋਊ। ਹਾਂਜੀ ਦੇਖੋ, ਨਜਾਇਜ਼ ਮਾਈਨਿੰਗ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਤੇ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਚੱਲ ਰਹੀ ਹੈ। ਪਰ ਇਹ ਕਹਿ ਰਹੇ ਆ ਕਿ ਬਈ ਡਰੋਨ ਅਤੇ ਸੈਟਲਾਈਟ ਦੀ ਮਦਦ ਲਈ ਜਾਏਗੀ। IIT ਰੋਪੜ ਤੋਂ 5 ਸਾਲ ਲਈ ਜੋ ਸਹਿਯੋਗ ਹੈ ਉਹਦੇ ਵਾਸਤੇ MOU ਜਿਹੜਾ ਉਹ ਸਾਈਨ ਕਰ ਦਿੱਤਾ। ਚਲੋ ਦੇਖੋ, ਕੁਝ ਵੀ ਕਰਦੇ ਆ ਠੀਕ ਆ ਜੀ, ਜੋ ਵੀ ਇਹ ਕਰਦੇ ਆ, ਪਹਿਲ ਕਦਮੀ ਦਾ ਮੈਂ ਹਮੇਸ਼ਾ ਸਵਾਗਤ ਕਰਦਾ। ਪਰ ਗੱਲ ਇਹ ਆ ਕਿ ਅਸੀਂ ਅੱਗੇ ਵੀ ਗੱਲ ਕਰ ਚੁੱਕੇ ਹਾਂ, ਇਹ ਨਹੀਂ ਰੁਕੇਗਾ ਸਾਹਿਬ, ਇਹ ਨਹੀਂ ਰੁਕੇਗਾ ਜਦੋਂ ਤੱਕ ਕੋਈ ਇਮਾਨਦਾਰ ਸ਼ਾਸਕ ਇਸ ਸੂਬੇ ਤੇ ਰਾਜ ਨਹੀਂ ਕਰਦਾ, ਜੋ ਪੰਜਾਬ ਦਾ ਅਸਲ ਪੁੱਤਰ ਹੋਵੇ। ਮੈਂ ਕਿਸੇ ਦੀ ਕਹਿ ਲਓ ਕਿ ਭਾਵਨਾ ਤੇ ਕੋਈ ਆਂਚ ਨਹੀਂ ਪਹੁੰਚਾ ਰਿਹਾ, ਕੋਈ ਸੱਟ ਨਹੀਂ ਪਹੁੰਚਾ ਰਿਹਾ, ਪਰੰਤੂ ਜਿੱਦਣ ਵਫਾਦਾਰ ਹੋਇਆ। ਕਿਉਂਕਿ ਸਰ ਇੱਥੇ ਕੀ ਆ, ਮੇਰੇ ਇਲਾਕੇ ਦੇ ਵਿੱਚ ਬਹੁਤ ਟਿੱਬੇ ਆ, ਮਿੱਟੀ ਇੱਥੋਂ ਹੀ ਜ਼ਿਆਦਾ ਹਾਈਵੇਜ਼ ਤੇ ਜਾਂਦੀ ਆ। ਤਾਂ ਸਭ ਕੀ ਆ ਕਿ ਕਿੱਲੇ ਦੀ ਮਨਜ਼ੂਰੀ ਲੈ ਕੇ 8-8 ਕਿੱਲੇ ਪੱਟ ਦਿੱਤੇ ਜਾਂਦੇ ਠੇਕੇਦਾਰਾਂ ਵੱਲੋਂ, ਕੋਈ ਨਹੀਂ ਪੁੱਛਦਾ। ਰਿਕਵਰੀ ਜਿਹੜੀ 100 ਕਰੋੜ ਦੀ ਲਗਭਗ ਰਿਕਵਰੀ ਜਿਹੜੀ ਉਹ ਠੇਕੇਦਾਰਾਂ ਵੱਲ ਕੱਢੀ ਹੋਈ ਆ, ਕਿਸੇ ਨੇ ਫੜੀ ਨਹੀਂ। NHA ਆਈ, ਪੌਣੇ 400 ਕਰੋੜ ਰੁਪਈਆ ਪੰਜਾਬ ਦਾ ਦੇਣਾ ਮੰਨਿਆ, ਕਿਸੇ ਨੇ ਲਿਆ ਹੀ ਨਹੀਂ ਸਾਹਿਬ। ਬਹੁਤ ਕੁਛ ਆ, ਬਹੁਤ ਕੁਛ ਆ। ਤਾਂ ਜਿਵੇਂ ਸਾਡੀ ਜਿਹੜੀ ਡਿਮਾਂਡ ਆ ਰੇਤਾ ਬਜਰੀ ਦੀ, ਉਹ 10 ਕਰੋੜ ਮੀਟ੍ਰਿਕ ਟਨ ਸਾਲਾਨਾ, ਤੇ ਸਾਡੀਆਂ ਜਿਹੜੀਆਂ ਸਾਈਟਾਂ ਨੇ ਉਹ ਦਿੰਦੀਆਂ 1 ਕਰੋੜ ਮੀਟ੍ਰਿਕ ਟਨ। 9 ਕਰੋੜ ਮੀਟ੍ਰਿਕ ਟਨ ਮਾਲ ਸਾਡਾ ਬਾਹਰੋਂ ਆਉਂਦਾ ਹੈ। ਪਰ ਜੇ ਉਹ ਮਾਲ ਜੇ ਆਪਾਂ ਜਿਵੇਂ ਦੇਖੀਏ ਤਾਂ ਉਹ ਹੁੰਦਾ ਸ਼ਾਇਦ 3 ਰੁਪਏ ਪ੍ਰਤੀ, ਨਹੀਂ 5.5 ਯਾਨੀ 5.5 ਰੁਪਏ ਪ੍ਰਤੀ ਉਹ ਜਿਹੜਾ ਹੁੰਦਾ ਨਹੀਂ ਇਹਨਾਂ ਦਾ CFT ਜਿਸ ਨੂੰ ਕਹਿ ਦਿੰਦੇ ਆ। ਉਸ ਹਿਸਾਬ ਦੇ ਨਾਲ ਜੇ ਲਾਈਏ ਤੇ ਤੁਸੀਂ ਦੇਖ ਲਓ ਕਿੰਨਾ ਪੈਸਾ ਬਣਦਾ, ਕਈ ਹਜ਼ਾਰ ਕਰੋੜਾਂ ਚ ਬਣਦਾ ਉਹ 900 ਕਰੋੜ ਮੀਟ੍ਰਿਕ ਟਨ ਦਾ। 900 ਕਰੋੜ ਮੀਟ੍ਰਿਕ ਟਨ ਜੇ ਆਉਂਦਾ ਤੇ ਤਾਂ ਹੀ ਆਪਣੀਆਂ ਉਸਾਰੀਆਂ ਚੱਲੀਆਂ ਜਾਂਦੀਆਂ ਨਾ ਇਹਨਾਂ ਤੇ ਖਜ਼ਾਨੇ ਚ ਕਿੰਨਾ ਜਮਾ ਹੁੰਦਾ ਜੀ, 200 ਕਰੋੜ 300 ਕਰੋੜ। ਸੋ ਇਹ ਆ ਕਿ ਬਾਈ ਕੱਲੀ ਨਿਗਰਾਨੀ ਡਰੋਨ ਨਾਲ ਜਾਂ ਸੈਟਲਾਈਟ ਨਾਲ ਕੀਤਿਆਂ ਗੱਲ ਨਹੀਂ ਜੇ ਬਣਨੀ। ਨਿਗਰਾਨੀ ਤੇ ਤੁਹਾਨੂੰ ਨਾ ਜਿਹੜੀ ਆ ਉਹ ਆਪਣੇ ਬੰਦਿਆਂ ਤੇ ਵੀ ਰੱਖਣ ਦੀ ਲੋੜ ਆ। ਕਿਉਂਕਿ ਉਹ ਜਿਵੇਂ ਬਿੰਦਰਖੀਆ ਕਰਦਾ ਸੀ ਨਾ ਕਿ ਇੱਥੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ, ਜਿੱਥੇ ਕਾਲੇ ਮਾਲੇ ਹੁੰਦੇ ਆ ਨਾ ਥੋੜੀ ਜਿਹੀ ਨਿਗਾਹ ਉੱਥੇ ਵੀ ਮਾਰਨ ਦੀ ਜ਼ਰੂਰਤ ਹੈ ਜੀ। ਸੋ ਅਗਲੀ ਖਬਰ ਕਹਿੰਦੀ ਹੈ ਕਿ ਲਾਪਤਾ ਪਿੰਡ ਦੀ ਜਾਂਚ ਕਰਦਿਆਂ ਹੋਰ ਵੀ ਕੁਝ ਲੱਭਿਆ ਜੀ। ਹੁਣ ਕੀ ਲੱਭਿਆ? ਲਾਭ ਬਤਾਓ ਤਾਂ ਜਿਵੇਂ ਲਾਭ ਹੀ ਰਹੇ ਨੇ ਆਖਿਆ ਸੀ ਉਹਦਾ ਕੋਈ ਪਤਾ ਨਹੀਂ ਲੱਗਿਆ, ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜਿਓ ਪਿੰਡ ਦਾ ਤੇ ਕੋਈ ਪਤਾ ਨਹੀਂ ਜੇ ਲੱਗਿਆ, ਉਹ ਨਹੀਂ ਲੱਭਿਆ ਨਾ ਉਹਦਾ ਪਤਾ ਲੱਗਿਆ। ਉਹ ਕੀ ਆ ਕਿ ਉੱਥੇ ਨਾ ਮਮਦੋਟ ਇਲਾਕੇ ਦੇ ਵਿੱਚ ਇੱਕ ਪਿੰਡ ਸੀਗਾ ਜੀ ਗੱਟੀ, ਤੇ ਉਹ ਗੱਟੀ ਦੇ ਵਿੱਚੋਂ ਨਿਊ ਗੱਟੀ ਮੱਤੜ ਕੱਢ ਦਿੱਤੀ ਇਹਨਾਂ ਨੇ, ਤੇ ਉਹ ਰੁਪਈਆ 43 ਕੇ 44 ਲੱਖ ਖਾ ਗਏ ਮਿਲ ਮਿਲਾ ਕੇ। ਖਾ ਕਿਹੜੇ ਗਏ ਇਹੀ ਤੁਹਾਨੂੰ ਪਤਾ, ਨਕੰਮੇ ਭ੍ਰਿਸ਼ਟ ਅਫਸਰ ਜਿਹੜੇ ਬੈਠੇ ਨੇ। ਹੁਣ ਉਹ ਜਦੋਂ ਇੱਕ ਟੀਮ ਆਈ ਉਹ ਪਿੰਡ ਤੇ ਨਹੀਂ ਲੱਭਿਆ, ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦਾ ਕੋਈ ਪਤਾ ਨਹੀਂ ਲੱਗਿਆ। ਤਾਂ ਗੱਲ ਇਹ ਆ ਕਿ ਉਹਦਾ ਤੇ ਕੋਈ ਪਤਾ ਨਹੀਂ ਲੱਗਿਆ, ਪਰ ਜਦੋਂ ਉਹਨਾਂ ਨੇ ਹੋਰ ਵਰਕੇ ਫੋਲੇ ਉੱਥੇ BDPO ਦਫ਼ਤਰ ਦੇ ਵਿੱਚ ਤੇ ਕਈ ਕਿਸੇ ਨਿਕਲ ਆਏ। ਸਾਹਿਬ ਕੀ ਕਰੀਏ ਹੁਣ ਦੱਸੋ। ਕਹਿੰਦੇ ਆ ਕਿ ਜਿਮਾ ਆਈਆਂ ਸੀ 200 ਇਸ ਇਲਾਕੇ ਦੇ ਵਿੱਚ, ਤੇ ਉਹਦੇ ਵਿੱਚ 75 ਲੱਖ ਦੀ ਪ੍ਰਵਾਨਗੀ ਚੋਂ 25 ਲੱਖ ਰੁਪਏ ਜਿਹੜੇ ਸੀਗੇ ਉਹ ਕਿਸੇ ਪਿੰਡ ਜਾਂ ਪੰਚਾਇਤ ਦੇ ਵੇਰਵੇ ਦੇ ਤਹਿਤ ਹੀ ਨਹੀਂ ਆਏ। ਤੁਸੀਂ ਵੇਖੋ ਐਡੀ ਅੰਨੀ ਮੱਛੀ ਆ। ਅੱਛਾ ਹੋਰ ਵੇਖੋ 250 ਸਿਲਾਈ ਮਸ਼ੀਨ ਜਾਣੀ ਸੀ, ਜਿਵੇਂ ਵਿਧਵਾ ਬੀਬੀਆਂ ਹੁੰਦੀਆਂ ਨੇ ਇਹਨਾਂ ਵਾਸਤੇ,
85 ਰਾਹ 'ਚ ਹੀ ਖਾ ਗਿਆ। ਲਓ ਦੱਸੋ। ਹੋਰ ਤੇ ਹੋਰ ਛੱਡੋ, ਸ਼ਹੀਦੀ ਮਾਰ ਗਿਆ ਉੱਥੇ ਨਾ ਛਾਉਣੀ, ਸ਼ਾਇਦ ਤੁਸੀਂ ਨਾ ਦੇਖਿਆ ਹੋਵੇ, ਸ਼ਾਇਦ ਦੇਖਿਆ ਵੀ ਹੋਵੇ, ਫਿਰੋਜ਼ਪੁਰ ਇਲਾਕਾ। ਜਦੋਂ ਜੀ ਛਾਉਣੀ ਤੋਂ ਬਾਹਰ ਨਿਕਲੀਏ ਨਾ ਤਾਂ ਹੁਸੈਨੀਵਾਲ ਤੱਕ ਨਾ ਉਹ ਸ਼ਹੀਦੀ ਮਾਰ ਹੁਸੈਨੀਵਾਲ ਉੱਥੇ ਤੁਹਾਨੂੰ ਪਤਾ ਹੈ ਨਾ ਸਮਾਰਕ ਹੈ ਜੀ ਜੀ ਭਗਤ ਸਿੰਘ ਹੋਰਾਂ ਦਾ। ਜੀ ਤਾਂ ਗੱਲ ਇਹ ਆ ਕਿ ਉਸ ਰਸਤੇ ਤੇ ਇਹਨਾਂ ਨੇ ਪੋਲ ਲਾਏ ਸੀ, ਕਹਿੰਦੇ ਉਹਨਾਂ ਖੰਭਿਆਂ ਦੇ ਵਿੱਚੋਂ ਵੀ ਖੰਭੇ ਗਾਇਬ ਹੋ ਗਏ ਨੇ, ਯਾਨੀ ਖੰਭੇ ਹੀ ਖਾ ਗਏ। ਇਹ ਪਤਾ ਨਹੀਂ ਜੀ ਕਿਹੜਾ ਇਹ ਸ਼ਿਲਾਜੀਤ ਖਾਂਦੇ ਨੇ ਕਿ ਚਵਨ ਪ੍ਰਾਸ਼ ਖਾਂਦੇ ਨੇ, ਇਹਨਾਂ ਨੂੰ ਸਾਰਾ ਕੁਝ ਹੀ ਹਜਮ ਆਈ ਜਾਂਦਾ। ਜਿਮ ਵੀ ਖਾ ਗਏ, ਖੰਭੇ ਵੀ ਖਾ ਗਏ, ਸਲਾਈ ਮਸ਼ੀਨਾਂ ਵੀ ਖਾ ਗਏ, ਤਾਂ ਹੀ ਲੋਕੀ ਅੱਗੇ ਕਹਿੰਦੇ ਸਾਡੀਆਂ ਲੈਟਰੀਨਾਂ ਵੀ ਖਾ ਗਏ। ਦੱਸੋ, ਕੁਝ ਵੀ ਨਹੀਂ ਛੱਡਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਲਾਪਤਾ ਪਿੰਡ ਲੱਭਦਿਆਂ ਜੋ ਆ ਪਤਾ ਲੱਗਾ, ਲਾਪਤਾ ਦੀ ਥਾਂ ਤੇ ਆ ਪਤਾ ਲੱਗਾ, ਹੁਣ ਇਹਦਾ ਜਦੋਂ ਹਿਸਾਬ ਕਿਤਾਬ ਕਰਦੇ ਆ ਤੇ ਉਹ ਪਿਛਲੀਆਂ ਕਈ ਸਰਕਾਰਾਂ ਤੱਕ ਪਹੁੰਚ ਜਾਂਦਾ। ਖੈਰ ਜੀ ਦੇਖੋ ਹੁਣ ਕੀ ਬਣਦਾ। ਇੱਕ ਕੱਲੇ ਬਲਾਕ ਦਾ ਕਿੱਸਾ ਹੈ, ਤੇ ਜੇ ਸਾਰੇ ਪੰਜਾਬ ਦੇ ਬਲਾਕਾਂ ਨੂੰ ਖੰਗਾਲ ਲਈਏ ਤੇ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੇ ਘਪਲੇ ਕੱਢ ਲਈਏ ਤਾਂ ਸੋਚ ਕੇ ਦੇਖੋ ਕਿ ਆંકੜਾ ਕਿੱਥੇ ਜਾਵੇਗਾ। ਜੀ, ਸੋ ਆંકੜੇ ਤਾਂ ਪਤਾ ਦਿਖ ਰਿਹਾ ਹੈ ਕਿ ਹੁਣ ਕਿੱਥੇ ਜਾਣਗੇ। ਇੱਕ ਤਾਂ ਇਹਨਾਂ ਦੇ ਹਾਜ਼ਮੇ ਪਤਾ ਨਹੀਂ ਕਿਹੜੀ ਚੀਜ਼ ਦੇ ਬਣੇ ਹੋਏ ਨੇ ਕਿ ਕੋਈ ਲੋਹਾ, ਕੋਈ ਰੇਤਾ, ਕੋਈ ਬਜਰੀ, ਕੁਝ ਨਹੀਂ ਛੱਡਦੇ, ਸਭ ਕੁਝ ਚੱਬ ਕੇ ਉਹ ਸਿੱਟ ਦਿੰਦੇ ਨੇ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਦਿੱਲੀ ਵਾਲਿਆਂ ਦਾ ਹਾਰ ਤੋਂ ਬਾਅਦ ਹਾਲ ਬੜਾ ਬੁਰਾ ਹੀ ਕੀਤਾ ਜਾ ਰਿਹਾ ਹੈ। ਉੱਥੇ ਲਗਾਤਾਰ ਕੈਗ ਦੀ ਰਿਪੋਰਟ ਤੇ ਰਿਪੋਰਟ ਖੁੱਲ ਰਹੀ ਹੈ। 14 ਸ਼ਾਇਦ ਦੱਸਦੇ ਨੇ ਹੁਣ ਤੱਕ ਰਿਪੋਰਟਾਂ ਖੁੱਲੀਆਂ ਨੇ ਤੇ ਕਈ ਘਪਲੇ ਨੇ। ਤੇ ਇਹ ਕੇਜਰੀਵਾਲ ਸਾਹਿਬ, ਸਿਸੋਦੀਆ ਤੇ ਜੈਨ ਹੋਣਾ ਤੋਂ ਬਾਅਦ ਹੁਣ ਨੰਬਰ ਆਤਿਸ਼ੀ ਤੇ ਗੋਪਾਲ ਹੋਣਾ ਦਾ ਲੱਗਣ ਜਾ ਰਿਹਾ ਕਹਿੰਦੇ। ਜੀ ਬਿਲਕੁਲ, ਦੈਨਿਕ ਭਾਸਕਰ ਨੇ ਆਪਦੇ ਅੱਜ ਦੇ ਕਹ ਲਓ ਐਕਸਕਲੂਸਿਵ ਰਿਪੋਰਟ ਦੇ ਵਿੱਚ ਖੁਲਾਸੇ ਕੀਤੇ ਆ ਕਿ ਜੋ ਭਾਜਪਾ ਦੀ ਸਟ੍ਰੈਟਜੀ ਹੈ, ਜੋ ਭਾਜਪਾ ਦੇ ਨੇਤਾਵਾਂ ਦੇ ਨਾਲ ਗੱਲਬਾਤ ਜਾਂ ਜਿਹੜੇ ਉਹਨਾਂ ਦੇ ਸੋਰਸਸ ਨੇ ਉਹਨਾਂ ਦੇ ਹਵਾਲੇ ਨਾਲ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਇਹਨਾਂ ਤੇ ਕੀਤੀ ਜਾ ਸਕਦੀ ਹੈ। ਦੇਖੋ ਸਿੱਖਿਆ ਮਹਿਕਮਾ ਪਹਿਲਾਂ ਸਿਸੋਦੀਆ ਕੋਲ ਸੀ, ਸਿਸੋਦੀਆ ਦਾ ਨੰਬਰ ਫੇਰ ਲਾਉਣ ਨੂੰ ਫਿਰਦੇ ਹੋਣੇ ਆ, ਤੇ ਫਿਰ ਬੀਬੀ ਆਤਿਸ਼ੀ ਆ ਗਈ ਸੀ। ਤਾਂ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਚਲਾ ਕੌਣ ਰਿਹਾ ਵਾ? ਚਲਾ ਰਹੀ ਹੈ ਆਤਿਸ਼ੀ। ਤੇ ਜੇ ਕੱਲ ਨੂੰ ਆਤਿਸ਼ੀ ਕਿਸੇ ਮਾਮਲੇ ਦੇ ਵਿੱਚ ਉਲਝਦੀ ਹੈ ਤਾਂ ਸਿੱਧੀ ਸੱਟ ਜਿਹੜੀ ਹੈ ਸੰਗਠਨਾਤਮਕ ਤਾਕਤ ਤੇ ਜਾਂ ਸੰਗਠਨਾਤਮਕ ਕੰਮ ਕਰਤੇ ਪਵੇਗੀ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਗੋਪਾਲ ਰਾਏ ਵੀ ਮੋਸਟ ਸੀਨੀਅਰ ਲੋਕਾਂ ਦੇ ਵਿੱਚੋਂ ਇੱਕ ਆ, ਵਫਾਦਾਰ ਆ ਅਰਵਿੰਦ ਕੇਜਰੀਵਾਲ। ਤਾਂ ਫਿਰ ਪਿੱਛੇ ਰਹਿ ਕੌਣ ਗਏ? ਸੌਰਵ ਭਾਰਦਵਾਜ ਤੇ ਰਾਘਵ ਚੱਡਾ, 2-4 ਬੰਦੇ ਹੋਰ ਰਹਿ ਜਾਣਗੇ, ਬਾਕੀ ਦੇ ਸਾਰੇ ਵਲੇਟੇ ਚ ਆ ਜਾਣਗੇ ਨਾ। ਤੇ ਇਹ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਦਿੱਲੀ ਇਲੈਕਸ਼ਨ ਤੋਂ ਤੁਰੰਤ ਬਾਅਦ ਕਿ ਇਹਨਾਂ ਦੀ ਪਾਰਟੀ ਨੂੰ ਤੋੜਨ ਦਾ ਯਤਨ ਹੀ ਨਹੀਂ ਕੀਤਾ ਜਾਏਗਾ, ਬਲਕਿ ਇਹਨਾਂ ਦੀ ਛਵੀ ਨੂੰ ਇੰਨਾ ਡੈਂਟ ਪਾਇਆ ਜਾਏਗਾ, ਜਿਵੇਂ ਕਹਿੰਦੇ ਨੇ ਕੱਟੜ ਇਮਾਨਦਾਰ। ਉਹ ਇਸ ਤਰ੍ਹਾਂ ਦਾ ਚੱਕਰ ਵੀ ਉਹ ਰਚਣਗੇ ਕਿ ਕੱਟੜ ਇਮਾਨਦਾਰ ਦੀ ਜਿਹੜੀ ਛਵੀ ਹੈ ਉਸਨੂੰ ਬਿਲਕੁਲ ਤਵਸਤ ਕਰ ਦਿੱਤਾ ਜਾਵੇ, ਤਬਾਹ ਕਰ ਦਿੱਤਾ ਜਾਵੇ, ਨੇਸਤਨਾਬੂਦ ਕਰ ਦਿੱਤਾ ਜਾਵੇ ਕਿ ਇਹਨਾਂ ਵਰਗਾ ਕਰਪਟ ਬੇਈਮਾਨ ਤੇ ਕੋਈ ਹੈ ਹੀ ਨਹੀਂ। ਸੋ ਭਾਜਪਾ, ਵੈਸੇ ਤੇ ਮੈਂ ਅੱਗੇ ਉਦੋਂ ਵੀ ਤੁਹਾਨੂੰ ਕਿਹਾ ਸੀਗਾ ਕਿ ਕੈਗ ਦੀਆਂ ਰਿਪੋਰਟਾਂ ਤੇ ਜੇ ਕਾਰਵਾਈ ਕਰਨੀ ਆ ਤਾਂ ਫਿਰ ਤੁਹਾਡੇ ਨਰਿੰਦਰ ਮੋਦੀ ਤੇ ਕਾਰਵਾਈ ਬਣੇਗੀ। ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਉਹਨਾਂ ਦੇ ਖਿਲਾਫ ਕੈਗ ਦੀਆਂ ਰਿਪੋਰਟਾਂ ਆਈਆਂ ਵੀ ਆ। ਤਾਂ ਖੈਰ ਇਹ ਸਭ ਕੁਝ ਹੈ, ਪਰ ਭਾਜਪਾ ਦੀ ਸਟ੍ਰੈਟਜੀ ਬਿਲਕੁਲ ਸਾਫ਼ ਹੋ ਗਈ ਆ ਕਿ ਉਹ ਇਹਨਾਂ ਨੂੰ ਢਿੱਲਿਆਂ ਛੱਡਣ ਦੀ ਰੌਂ ਦੇ ਵਿੱਚ ਕਤਈ ਨਜ਼ਰ ਨਹੀਂ ਆ ਰਹੀ ਜੀ। ਰੌਂ ਤਾਂ ਉਹਨਾਂ ਦਾ ਨਜ਼ਰ ਹੀ ਆ ਰਿਹਾ ਹੈ ਕਿਹੋ ਜਿਹਾ ਸੇ। ਉਹ ਹੁਣ 5 ਸਾਲ ਦਾ ਜਿਹੜਾ ਇਹ ਸਮਾਂ ਪਤਾ ਨਹੀਂ ਕਿੰਨਾ ਕੁ ਔਖਾ ਸੌਖਾ ਇਹਨਾਂ ਦਾ ਗੁਜ਼ਰੂਗਾ ਤੇ ਉਸ ਤੋਂ ਅਗਲੀ ਕਾਰਵਾਈ ਤਾਂ ਸਾਰੇ ਜਾਣਦੇ ਹੀ ਨੇ। ਸੋ ਪ੍ਰੋਗਰਾਮ ਦਾ ਸਮਾਂ ਆਪਣਾ ਇੱਥੇ ਹੀ ਹੁੰਦਾ ਹੈ ਸਮਾਪਤ। ਸੋ ਤੁਸੀਂ ਜਾਣਕਾਰੀਆਂ ਮਿੰਟੂ ਜੀ ਸਾਂਝੀਆਂ ਕੀਤੀਆਂ। ਪ੍ਰੋਗਰਾਮ 'ਚ ਜੁੜਨ ਲਈ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਾਂਝੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਅੱਗੇ ਰੱਖਿਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਸੋ ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।